ਸਤਿ ਸ਼੍ਰੀ ਅਕਾਲ ਦੋਸਤੋ, ਲੈ ਕੇ ਹਾਜ਼ਰ ਹਾਂ ਨਵੀਂ ਕਹਾਣੀ। ਮੇਰਾ ਨਾਮ ਰਚਨਾ ਹੈ। ਮੈਂ ਆਪਣਾ ਸਿਰ ਫੜ ਕੇ ਆਪਣੀ ਕਿਸਮਤ ਨੂੰ ਰੋ ਰਹੀ ਸੀ। ਮੇਰੇ ਨਾਲ ਇਹ ਸਭ ਕੁਝ ਕੀ ਹੋ ਗਿਆ? ਮੈਂ ਕਿੰਨੀ ਵੱਡੀ ਮੁਸੀਬਤ ਵਿੱਚ ਫਸ ਗਈ। ਮੈਂ ਤਾਂ ਸੋਚ ਰਹੀ ਸੀ ਕਿ ਮੈਂ ਆਪਣੇ ਸਹੁਰੇ ਪਰਿਵਾਰ ਵਾਲਿਆਂ ਤੋਂ ਦੂਰ ਜਾ ਕੇ ਸਕੂਨ ਨਾਲ ਰਵਾਂਗੀ, ਪਰ ਸ਼ਾਇਦ ਸਕੂਨ ਤਾਂ ਮੇਰੀ ਜ਼ਿੰਦਗੀ 'ਚ ਲਿਖਿਆ ਹੀ ਨਹੀਂ ਸੀ। ਮੈਂ ਜੇਲ੍ਹ 'ਚ ਬੈਠੀ ਰੋ ਰਹੀ ਸੀ। ਇੱਥੋਂ ਨਿਕਲਣ ਦਾ ਮੇਰੇ ਕੋਲ ਕੋਈ ਵੀ ਰਸਤਾ ਨਹੀਂ ਸੀ। ਮੇਰਾ ਕੋਈ ਵੀ ਆਪਣਾ ਨਹੀਂ ਸੀ ਜੋ ਮੈਨੂੰ ਇੱਥੋਂ ਕਢਵਾ ਸਕਦਾ। ਮੇਰਾ 2 ਸਾਲ ਦਾ ਬੇਟਾ ਸੀ। ਮੈਨੂੰ ਬਹੁਤ ਫਿਕਰ ਹੋ ਰਹੀ ਸੀ। ਪਤਾ ਨਹੀਂ ਮੇਰਾ ਬੇਟਾ ਕਿਸ ਹਾਲ ਵਿੱਚ ਹੋਵੇਗਾ। ਜਦੋਂ ਮੈਨੂੰ ਪੁਲਿਸ ਅਰੈਸਟ ਕਰਕੇ ਲੈ ਕੇ ਆਈ, ਉਦੋਂ ਮੇਰਾ ਬੇਟਾ ਘਰ ਵਿੱਚ ਹੀ ਰਹਿ ਗਿਆ ਸੀ। ਮੈਨੂੰ ਉਸ ਦੀ ਬਹੁਤ ਯਾਦ ਆ ਰਹੀ ਸੀ। ਮੈਨੂੰ ਜੇਲ੍ਹ 'ਚ ਪੂਰੇ 48 ਘੰਟੇ ਹੋ ਗਏ ਸੀ ਤੇ ਇੱਥੋਂ ਨਿਕਲਣ ਦੀ ਮੈਨੂੰ ਕੋਈ ਵੀ ਉਮੀਦ ਨਹੀਂ ਸੀ ਕਿ ਕੋਈ ਮੈਨੂੰ ਇੱਥੋਂ ਕਢਵਾ ਸਕਦਾ ਹੈ। ਪਰ ਇੱਕ ਹਵਲਦਾਰ ਅੰਦਰ ਆਇਆ, ਕਹਿਣ ਲੱਗਿਆ, ਉੱਠ ਕੇ ਬਾਹਰ ਆ ਜਾ, ਤੇਰੀ ਬੇਲ ਹੋ ਗਈ। ਇਹ ਸੁਣ ਕੇ ਮੈਂ ਖੁਸ਼ ਹੋ ਗਈ। ਮੈਂ ਸੋਚ ਰਹੀ ਸੀ ਕਿ ਮੈਨੂੰ ਕਿਸ ਨੇ ਬਚਾਇਆ। ਜਦੋਂ ਮੈਂ ਬਾਹਰ ਜਾ ਕੇ ਦੇਖਿਆ ਤਾਂ ਮੇਰੀ ਨਨਾਣ ਖੜੀ ਸੀ। ਉਸ ਦੀਆਂ ਅੱਖਾਂ 'ਚ ਹੰਝੂ ਸੀ। ਮੈਂ ਉਸ ਦੇ ਗਲ ਲੱਗ ਕੇ ਫੁੱਟ-ਫੁੱਟ ਕੇ ਰੋਣ ਲੱਗ ਗਈ। ਉਸ ਨੇ ਕਿਹਾ, ਭਾਬੀ ਫਿਕਰ ਨਾ ਕਰ, ਆਪਾਂ ਇੱਥੇ ਨਹੀਂ ਰਹਾਂਗੇ। ਮੈਂ ਤੈਨੂੰ ਲੈ ਕੇ ਇੰਡੀਆ ਚਲੀ ਜਾਵਾਂਗੀ। ਮੈਂ ਜਾਣਦੀ ਹਾਂ ਤੁਸੀਂ ਕੁਝ ਵੀ ਨਹੀਂ ਕੀਤਾ। ਇਹ ਸੁਣ ਕੇ ਮੇਰੀ ਜਾਨ ਵਿੱਚ ਜਾਨ ਆਈ। ਮੇਰੀ ਨਨਾਣ ਮੈਨੂੰ ਚੰਗੀ ਤਰ੍ਹਾਂ ਜਾਣਦੀ ਸੀ। ਫਿਰ ਅਸੀਂ ਦੋਨੋਂ ਫਲਾਈਟ ਲੈ ਕੇ ਇੰਡੀਆ ਵਾਪਸ ਆ ਗਈਆਂ। ਮੈਂ ਪੂਰੇ 5 ਸਾਲ ਬਾਅਦ ਇੰਡੀਆ ਵਾਪਸ ਆਈ ਸੀ। ਮੈਂ ਨਹੀਂ ਜਾਣਦੀ ਸੀ ਕਿ ਮੇਰੀ ਕਿਸਮਤ ਮੈਨੂੰ ਦੁਬਾਰਾ ਵਾਪਸ ਲੈ ਆਵੇਗੀ। ਮੈਂ ਤਾਂ ਫੈਸਲਾ ਕਰ ਲਿਆ ਸੀ ਕਿ ਮੈਂ ਜਿਉਂਦੇ ਜੀ ਇੰਡੀਆ ਕਦੇ ਵਾਪਸ ਨਹੀਂ ਆਵਾਂਗੀ। ਮੈਂ ਆਪਣੀ ਫੈਮਿਲੀ ਨੂੰ ਮਿਲਣਾ ਚਾਹੁੰਦੀ ਸੀ। ਮੇਰੀਆਂ ਅੱਖਾਂ ਵਿੱਚ ਹੰਝੂ ਸੀ। ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਫਿਰ ਮੈਂ ਸੋਚ ਲਿਆ ਕਿ ਮੈਨੂੰ ਉਹੀ ਕਰਨਾ ਚਾਹੀਦਾ ਜੋ ਮੇਰੇ ਲਈ ਬਹੁਤ ਮੁਸ਼ਕਲ ਹੈ। ਫਿਰ ਮੈਂ ਆਪਣੇ ਮੋਬਾਈਲ ਵਿੱਚ ਆਪਣਾ ਪੁਰਾਣਾ ਸਿਮ ਪਾ ਲਿਆ ਤੇ ਆਪਣੇ ਸਾਰੇ ਪੁਰਾਣੇ ਸੋਸ਼ਲ ਅਕਾਊਂਟ ਖੋਲ੍ਹ ਲਏ। ਮੈਂ ਜੀਤ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਮੈਂ ਇਹ ਦੇਖ ਕੇ ਹੈਰਾਨ ਰਹਿ ਗਈ। ਜੀਤ ਨੇ ਮੈਨੂੰ ਹਰ ਪਾਸਿਓਂ ਬਲੌਕ ਕੀਤਾ ਹੋਇਆ ਸੀ। ਕੀ ਮੈਂ ਉਸ ਲਈ ਕੁਝ ਵੀ ਨਹੀਂ ਰਹਿ ਗਈ ਸੀ ਜੋ ਉਸ ਨੇ ਮੈਨੂੰ ਹਰ ਪਾਸਿਓਂ ਬਲੌਕ ਕੀਤਾ ਹੋਇਆ ਸੀ? ਮੈਂ ਸੋਚ ਰਹੀ ਸੀ ਕਿ ਜੀਤ ਨੇ ਮੇਰੇ ਨਾਲ ਕਦੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਸ ਨੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਕਿਸ ਹਾਲ ਵਿੱਚ ਹਾਂ, ਮੇਰੇ ਨਾਲ ਕੀ ਕੀ ਹੋਇਆ ਹੋਵੇਗਾ ਤੇ ਮੈਂ ਕੀ ਕੀ ਸਹਿਣ ਕੀਤਾ ਹੋਵੇਗਾ। ਫਿਰ ਮੈਂ ਸੋਚਿਆ ਕਿ ਮੈਂ ਵੀ ਜੀਤ ਨਾਲ ਕੁਝ ਚੰਗਾ ਨਹੀਂ ਕਰਕੇ ਗਈ ਸੀ। ਉਸ ਨੂੰ ਭਰੀ ਮਹਿਫਲ ਵਿੱਚ ਜਲੀਲ ਕਰ ਦਿੱਤਾ ਸੀ। ਕੋਈ ਵੀ ਇਨਸਾਨ ਇਹ ਬਰਦਾਸ਼ਤ ਨਹੀਂ ਕਰਦਾ ਕਿ ਜਿਸ ਨੂੰ ਉਹ ਪਸੰਦ ਕਰਦਾ ਹੈ ਉਹ ਇਨਸਾਨ ਉਸ ਨੂੰ ਭਰੀ ਮਹਿਫਲ ਵਿੱਚ ਬੇਇੱਜ਼ਤ ਕਰੇ। ਚਲੋ ਆਪਣੀ ਬੇਇੱਜ਼ਤੀ ਵੀ ਬਰਦਾਸ਼ਤ ਕਰ ਲੈਂਦਾ, ਪਰ ਜੇ ਉਸ ਦੇ ਪਸੰਦ ਦਾ ਇਨਸਾਨ ਭਰੀ ਮਹਿਫਲ ਵਿੱਚ ਉਸ ਨੂੰ ਅਪਣਾਉਣ ਤੋਂ ਇਨਕਾਰ ਕਰ ਦੇਵੇ ਤੇ ਉਸ ਦੇ ਪਿਆਰ ਨੂੰ ਵੀ ਝੂਠਾ ਸਾਬਤ ਕਰ ਦੇਵੇ, ਫਿਰ ਉਸ ਇਨਸਾਨ ਦੇ ਦਿਲ 'ਤੇ ਕੀ ਬੀਤੇਗੀ। ਮੈਂ ਜੋ 5 ਸਾਲ ਪਹਿਲਾਂ ਜੀਤ ਨਾਲ ਕਰਕੇ ਆਈ ਸੀ, ਮੈਨੂੰ ਉਹੀ ਸਭ ਕੁਝ ਭੁਗਤਣਾ ਪੈ ਰਿਹਾ ਸੀ। ਫਿਰ ਮੈਂ ਉਸ ਦੇ ਨੰਬਰ 'ਤੇ ਕਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮੇਰੇ ਨੰਬਰ ਨੂੰ ਬਲੌਕ ਕੀਤਾ ਹੋਇਆ ਸੀ। ਮੈਂ ਸੋਫੇ 'ਤੇ ਢੋਹ ਲਾ ਕੇ ਬੈਠ ਗਈ ਤੇ ਆਪਣੀਆਂ ਪੁਰਾਣੀਆਂ ਯਾਦਾਂ ਵਿੱਚ ਗਵਾਚ ਗਈ, ਜਦੋਂ ਮੇਰੀ ਜ਼ਿੰਦਗੀ ਬਹੁਤ ਸੋਹਣੀ ਹੁੰਦੀ ਸੀ। ਬਚਪਨ ਤੋਂ ਲੈ ਕੇ ਜਵਾਨ ਹੋਣ ਤੱਕ ਮੈਂ ਆਪਣੇ ਮਾਤਾ-ਪਿਤਾ ਦੀ ਬਹੁਤ ਲਾਡਲੀ ਰਹੀ ਸੀ। ਅਸੀਂ 4 ਭੈਣਾਂ ਸੀ ਤੇ ਸਾਡਾ ਇੱਕ ਭਰਾ ਸੀ। ਮੈਂ ਆਪਣੇ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੀ ਸੀ। ਮੇਰੇ ਸਾਰੇ ਭੈਣ ਭਰਾਵਾਂ ਦਾ ਵਿਆਹ ਹੋ ਚੁੱਕਿਆ ਸੀ, ਪਰ ਮੈਂ ਅਜੇ ਪੜ੍ਹ ਰਹੀ ਸੀ। ਉਸ ਸਮੇਂ ਮੇਰੀ ਉਮਰ 20 ਸਾਲ ਸੀ ਜਦੋਂ ਮੈਨੂੰ ਜੀਤ ਨੇ ਪ੍ਰਪੋਜ਼ ਕੀਤਾ। ਜੀਤ ਮੇਰੀ ਬਹੁਤ ਪੱਕੀ ਤੇ ਖਾਸ ਸਹੇਲੀ ਦਾ ਭਰਾ ਸੀ। ਉਹ 2 ਭੈਣ ਭਰਾ ਸੀ। ਮੇਰੀ ਸਹੇਲੀ ਪਿੰਕੀ ਮੈਨੂੰ ਬਹੁਤ ਪਿਆਰੀ ਸੀ। ਸਾਡੀ ਦੋਹਾਂ ਦੀ ਫਰੈਂਡਸ਼ਿਪ ਬਹੁਤ ਪੱਕੀ ਸੀ। ਬਹੁਤ ਲੋਕਾਂ ਨੇ ਸਾਡੀ ਫਰੈਂਡਸ਼ਿਪ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਇੱਕ ਦੂਜੇ ਤੋਂ ਬਿਨਾਂ ਨਹੀਂ ਰਹਿ ਸਕਦੀਆਂ ਸੀ। ਜੀਤ ਅਤੇ ਪਿੰਕੀ ਆਪਣੇ ਮੰਮੀ ਪਾਪਾ ਦੇ ਬਹੁਤ ਲਾਡਲੇ ਸੀ। ਪਿੰਕੀ ਬਹੁਤ ਅਮੀਰ ਫੈਮਿਲੀ ਨੂੰ ਬਿਲੋਂਗ ਕਰਦੀ ਸੀ।
ਜਦ ਕਿ ਅਸੀਂ ਮਿਡਲ ਕਲਾਸ ਫੈਮਿਲੀ ਵਾਲੇ ਸੀ। ਸਾਡੇ ਦੋਹਾਂ ਦੀ ਦੋਸਤੀ ਵਿੱਚ ਕਦੇ ਵੀ ਸਾਡਾ ਸਟੈਂਡਰਡ ਨਹੀਂ ਆਇਆ ਸੀ। ਮੇਰੀ ਮੰਮੀ ਨੇ ਮੈਨੂੰ ਕਈ ਵਾਰ ਕਿਹਾ ਕਿ ਪਿੰਕੀ ਤੇਰੀ ਬਚਪਨ ਦੀ ਸਹੇਲੀ ਆ, ਹੁਣ ਤੈਨੂੰ ਉਸ ਨਾਲ ਦੋਸਤੀ ਖ਼ਤਮ ਕਰ ਦੇਣੀ ਚਾਹੀਦੀ ਆ, ਤੂੰ ਜਵਾਨ ਹੋ ਚੁੱਕੀ ਆ। ਪਿੰਕੀ ਮੈਨੂੰ ਕਈ ਵਾਰ ਗਿਫਟ ਦਿੰਦੀ ਸੀ। ਮੰਮੀ ਨੂੰ ਉਸ ਦਾ ਗਿਫਟ ਦੇਣ 'ਤੇ ਇਤਰਾਜ਼ ਹੁੰਦਾ ਸੀ, ਪਰ ਮੈਂ ਮੰਮੀ ਨੂੰ ਕਹਿੰਦੀ ਕਿ ਮੰਮੀ, ਪਿੰਕੀ ਹਮੇਸ਼ਾ ਤੋਂ ਮੇਰਾ ਖਿਆਲ ਰੱਖਦੀ ਹੈ ਅਤੇ ਹਮੇਸ਼ਾ ਹੀ ਮੈਨੂੰ ਗਿਫਟ ਦਿੰਦੀ ਆਈ ਹੈ, ਫਿਰ ਤੁਹਾਨੂੰ ਉਸ ਦੇ ਗਿਫਟ 'ਤੇ ਕੋਈ ਓਬਜੈਕਸ਼ਨ ਨਹੀਂ ਹੋਣਾ ਚਾਹੀਦਾ। ਤਾਂ ਮੰਮੀ ਕਹਿੰਦੀ ਸੀ ਕਿ ਬੇਟਾ, ਅਮੀਰ ਲੋਕ ਜਦੋਂ ਗਿਫਟ ਦਿੰਦੇ ਆ ਤਾਂ ਉਹਨਾਂ ਦੇ ਦਿਲ ਵਿੱਚ ਹਮੇਸ਼ਾ ਇਹੀ ਗੱਲ ਰਹਿੰਦੀ ਆ ਕਿ ਉਹਨਾਂ ਨੇ ਸਾਡੇ 'ਤੇ ਅਹਿਸਾਨ ਕੀਤਾ, ਪਰ ਜਦੋਂ ਗਰੀਬ ਲੋਕ ਇੱਕ ਦੂਜੇ ਨੂੰ ਗਿਫਟ ਦਿੰਦੇ ਆ ਤਾਂ ਉਹ ਬਹੁਤ ਖੁਸ਼ ਹੁੰਦੇ ਆ। ਪਿੰਕੀ ਲਈ ਤੈਨੂੰ ਮਹਿੰਗੇ ਮਹਿੰਗੇ ਗਿਫਟ ਦੇਣਾ ਬਹੁਤ ਮਾਮੂਲੀ ਜੀ ਗੱਲ ਆ, ਪਰ ਤੇਰੇ ਲਈ ਉਸ ਨੂੰ ਗਿਫਟ ਦੇਣਾ ਬਹੁਤ ਮੁਸ਼ਕਲ ਆ। ਪਲੀਜ਼ ਤੂੰ ਪਿੰਕੀ ਤੋਂ ਦੂਰ ਰਿਹਾ ਕਰ। ਪਰ ਮੈਂ ਮੰਮੀ ਦੀ ਇੱਕ ਨਹੀਂ ਸੁਣੀ। ਮੈਂ ਅਮੀਰੀ ਗਰੀਬੀ ਦਾ ਫਰਕ ਕਰਕੇ ਆਪਣੀ ਦੋਸਤੀ ਦਾਅ 'ਤੇ ਨਹੀਂ ਲਗਾ ਸਕਦੀ ਸੀ। ਪਿੰਕੀ ਦੀ ਫੈਮਿਲੀ ਬਹੁਤ ਚੰਗੀ ਸੀ। ਪਿੰਕੀ ਦਾ ਭਰਾ ਲੰਡਨ ਵਿੱਚੋਂ ਆਪਣੀ ਪੜ੍ਹਾਈ ਪੂਰੀ ਕਰਕੇ ਆਇਆ ਸੀ। ਉਸ ਸਮੇਂ ਮੈਂ 18 ਸਾਲ ਦੀ ਸੀ ਅਤੇ ਉਸ ਦਾ ਭਰਾ ਮੇਰੇ ਤੋਂ 8 ਸਾਲ ਵੱਡਾ ਸੀ, ਪਰ ਉਹ ਮੈਨੂੰ ਬਹੁਤ ਪਿਆਰ ਕਰਦਾ ਸੀ। ਉਸ ਨੇ ਮੈਨੂੰ ਹੀ ਆਉਂਦੇ ਪ੍ਰਪੋਜ਼ ਕਰ ਦਿੱਤਾ। ਅਸੀਂ ਬਚਪਨ ਵਿੱਚ ਇਕੱਠੇ ਖੇਡਦੇ ਸੀ ਅਤੇ ਇੱਕੋ ਹੀ ਸਕੂਲ ਪੜ੍ਹਦੇ ਸੀ। ਜਦੋਂ ਅਸੀਂ ਕਾਲਜ ਦੀ ਪੜ੍ਹਾਈ ਕਰਨ ਲੱਗੇ ਤਾਂ ਜੀਤ ਨੂੰ ਉਸ ਦੇ ਪੇਰੈਂਟਸ ਨੇ ਪੜ੍ਹਾਈ ਲਈ ਲੰਡਨ ਭੇਜ ਦਿੱਤਾ, ਪਰ ਪਿੰਕੀ ਆਪਣੀ ਫੈਮਿਲੀ ਅਤੇ ਮੈਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੀ ਸੀ। ਫਿਰ ਮੈਂ ਅਤੇ ਪਿੰਕੀ ਇੱਕ ਹੀ ਕਾਲਜ ਵਿੱਚ ਪੜ੍ਹਦੀਆਂ ਸੀ। ਮੈਂ ਜੀਤ ਦਾ ਪ੍ਰਪੋਜ਼ਲ ਐਕਸੈਪਟ ਕਰ ਲਿਆ ਕਿਉਂਕਿ ਮੈਂ ਵੀ ਜੀਤ ਨੂੰ ਬਹੁਤ ਪਸੰਦ ਕਰਦੀ ਸੀ। ਸਭ ਕੁਝ ਵਧੀਆ ਚੱਲ ਰਿਹਾ ਸੀ। ਸਾਡੀ ਮੁਹੱਬਤ ਨੂੰ ਪੂਰੇ 2 ਸਾਲ ਹੋ ਗਏ ਸੀ। ਜੀਤ ਨੇ ਮੈਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਅਤੇ ਤੇਰੇ ਘਰ ਰਿਸ਼ਤਾ ਭੇਜਣਾ ਚਾਹੁੰਦਾ। ਮੈਂ ਜੀਤ ਨੂੰ ਮਨਾ ਕਰ ਦਿੱਤਾ ਸੀ ਕਿਉਂਕਿ ਮੇਰੇ ਘਰ ਵਿੱਚ ਅਜੇ ਮੇਰੀ ਇੱਕ ਭੈਣ ਦਾ ਵਿਆਹ ਹੋਣਾ ਬਾਕੀ ਸੀ। ਉਸ ਤੋਂ ਬਾਅਦ ਹੀ ਮੇਰਾ ਵਿਆਹ ਹੋਣਾ ਸੀ। ਇਸ ਤਰ੍ਹਾਂ ਜੀਤ ਨੂੰ ਮੇਰੇ ਲਈ 1 ਸਾਲ ਦੀ ਉਡੀਕ ਕਰਨੀ ਪੈਣੀ ਸੀ, ਪਰ ਜੀਤ ਘਰ ਵਿੱਚ ਵੱਡਾ ਸੀ। ਉਸ ਦੇ ਪੇਰੈਂਟਸ ਜੀਤ 'ਤੇ ਵਿਆਹ ਦਾ ਪ੍ਰੈਸ਼ਰ ਪਾ ਰਹੇ ਸੀ ਤਾਂ ਜੀਤ ਨੇ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਸੀ। ਉਸ ਨੇ ਕਿਹਾ ਕਿ ਜੇ ਮੈਂ ਵਿਆਹ ਕਰਵਾਵਾਂਗਾ ਤਾਂ ਲਵ ਮੈਰਿਜ ਹੀ ਕਰਵਾਵਾਂਗਾ ਅਤੇ ਆਪਣੀ ਪਸੰਦ ਦੀ ਕੁੜੀ ਨਾਲ ਕਰਵਾਵਾਂਗਾ, ਜਦ ਕਿ ਜੀਤ ਦੀ ਮੰਮੀ ਚਾਹੁੰਦੀ ਸੀ ਕਿ ਉਸ ਦੀ ਫਰੈਂਡ ਦੀ ਬੇਟੀ ਨਾਲ ਜੀਤ ਦਾ ਵਿਆਹ ਹੋ ਜਾਵੇ, ਪਰ ਜੀਤ ਨੇ ਉਸ ਕੁੜੀ ਨਾਲ ਵਿਆਹ ਕਰਵਾਉਣ ਤੋਂ ਮਨਾ ਕਰ ਦਿੱਤਾ। ਜੀਤ ਨੇ ਮੈਨੂੰ ਇੱਕ ਵਾਰ ਉਸ ਕੁੜੀ ਬਾਰੇ ਦੱਸਿਆ ਸੀ ਕਿ ਉਹ ਕੁੜੀ ਬਹੁਤ ਅਮੀਰ ਆ, ਉਸ ਦੇ ਪਾਪਾ ਬਹੁਤ ਵੱਡੇ ਬਿਜ਼ਨਸਮੈਨ ਆ, ਪਰ ਜੀਤ ਤਾਂ ਮੈਨੂੰ ਪਸੰਦ ਕਰਦਾ ਸੀ। ਸਾਡੇ ਦੋਹਾਂ ਦੇ ਰਿਸ਼ਤੇ ਬਾਰੇ ਪਿੰਕੀ ਨੂੰ ਪਤਾ ਸੀ। ਪਿੰਕੀ ਕਹਿੰਦੀ ਸੀ ਕਿ ਮੈਂ ਤੁਹਾਡਾ ਦੋਹਾਂ ਦਾ ਵਿਆਹ ਕਰਵਾ ਕੇ ਰਹਾਂਗੀ। ਇਸ ਤਰ੍ਹਾਂ ਪੂਰਾ ਸਾਲ ਲੰਘ ਗਿਆ। ਮੇਰੀ ਭੈਣ ਦਾ ਵੀ ਵਿਆਹ ਹੋ ਗਿਆ ਸੀ, ਪਰ ਮੇਰੇ ਪੇਰੈਂਟਸ ਚਾਹੁੰਦੇ ਸੀ ਕਿ ਅਜੇ ਤੇਰਾ ਵਿਆਹ ਨਹੀਂ ਕਰਾਂਗੇ ਕਿਉਂਕਿ ਮੇਰੀ ਉਮਰ ਛੋਟੀ ਸੀ। ਮੈਂ +2 ਤੋਂ ਬਾਅਦ BA ਕੰਪਲੀਟ ਕਰ ਲਈ। ਮੇਰੀ ਪੜ੍ਹਾਈ ਰੋਕ ਦਿੱਤੀ ਗਈ। ਪਿੰਕੀ ਦੇ ਪੇਰੈਂਟਸ ਪਿੰਕੀ ਨੂੰ ਪੜ੍ਹਾਈ ਦੇ ਲਈ ਬਾਹਰ ਭੇਜਣਾ ਚਾਹੁੰਦੇ ਸੀ, ਪਰ ਉਸ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਮੈਂ ਅੱਗੇ ਨਹੀਂ ਪੜ੍ਹਨਾ ਚਾਹੁੰਦੀ। ਪਿੰਕੀ ਦੇ ਪਾਪਾ ਇਸ ਗੱਲ 'ਤੇ ਗੁੱਸੇ ਹੋ ਗਏ, ਪਰ ਸਾਡੇ ਘਰ ਦੇ ਹਾਲਾਤ ਬਹੁਤ ਖਰਾਬ ਸੀ। ਮੈਂ ਅੱਗੇ ਪੜ੍ਹਾਈ ਨਹੀਂ ਕਰ ਸਕਦੀ ਸੀ ਕਿਉਂਕਿ ਜਦੋਂ ਦਾ ਮੇਰੇ ਭਰਾ ਦਾ ਵਿਆਹ ਹੋਇਆ ਸੀ, ਉਸ ਨੇ ਆਪਣੀਆਂ ਭੈਣਾਂ ਅਤੇ ਪੇਰੈਂਟਸ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਸੀ। ਉਹ ਆਪਣੇ ਵਿਆਹ ਤੋਂ 1 ਸਾਲ ਬਾਅਦ ਹੀ ਆਪਣੀ ਪਤਨੀ ਨਾਲ ਅਲੱਗ ਰਹਿਣ ਲੱਗ ਗਿਆ। ਮੇਰੇ ਭਰਾ ਦੇ ਵਿਆਹ ਤੋਂ ਪਹਿਲਾਂ ਪਾਪਾ ਨੇ ਮੇਰੀਆਂ 2 ਭੈਣਾਂ ਦਾ ਵਿਆਹ ਕਰ ਦਿੱਤਾ ਸੀ। ਮੇਰੇ ਭਰਾ ਨੇ ਪਾਪਾ ਦੀ ਬਹੁਤ ਮਦਦ ਕੀਤੀ ਸੀ ਕਿਉਂਕਿ ਉਦੋਂ ਮੇਰਾ ਭਰਾ ਆਪਣੀ ਸੈਲਰੀ ਪਾਪਾ ਨੂੰ ਫੜਾਉਂਦਾ ਸੀ। ਆਖਰਕਾਰ ਪਾਪਾ ਨੇ ਮੇਰੇ ਭਰਾ ਨੂੰ ਵਧੀਆ ਕਾਲਜ ਵਿੱਚ ਪੜ੍ਹਾਇਆ ਸੀ, ਜਿਸ ਦੀ ਵਜ੍ਹਾ ਕਰਕੇ ਉਸ ਨੂੰ ਜੌਬ ਵੀ ਵਧੀਆ ਮਿਲ ਗਈ। ਸਾਨੂੰ ਸਭ ਨੂੰ ਮੇਰੇ ਭਰਾ ਤੋਂ ਬਹੁਤ ਉਮੀਦਾਂ ਸੀ, ਪਰ ਭਾਬੀ ਦੇ ਆਉਣ ਤੋਂ ਬਾਅਦ ਸਾਰੀਆਂ ਉਮੀਦਾਂ ਚੂਰ-ਚੂਰ ਹੋ ਗਈਆਂ। ਮੇਰੇ ਭਰਾ ਨੂੰ ਅਸੀਂ ਸਾਰੇ ਬੁਰੇ ਲੱਗਣ ਲੱਗ ਗਏ। ਫਿਰ ਉਸਨੇ ਆਪਣੇ ਰਹਿਣ ਦੇ ਲਈ ਅਲੱਗ ਘਰ ਖਰੀਦ ਲਿਆ।
ਮੇਰੇ ਭਰਾ ਨੇ ਸਾਡੇ ਤੋਂ ਪੂਰੀ ਤਰ੍ਹਾਂ ਮੂੰਹ ਮੋੜ ਲਿਆ ਸੀ। ਭਰਾ ਦੇ ਅਲੱਗ ਹੋਣ ਤੋਂ ਬਾਅਦ ਪਾਪਾ ਨੇ ਮੇਰੀ ਤੀਜੇ ਨੰਬਰ ਵਾਲੀ ਭੈਣ ਦਾ ਰਿਸ਼ਤਾ ਐਕਸੈਪਟ ਕਰ ਲਿਆ। ਮੇਰੀ ਇਸ ਭੈਣ ਦਾ ਵਿਆਹ ਜ਼ਿਆਦਾ ਧੂਮ-ਧਾਮ ਨਾਲ ਨਹੀਂ ਕੀਤਾ ਗਿਆ ਸੀ, ਪਰ ਫਿਰ ਵੀ ਉਸ ਦਾ ਵਿਆਹ ਵਧੀਆ ਘਰ 'ਚ ਹੋ ਗਿਆ। ਉਹਨਾਂ ਨੇ ਜੋ ਵੀ ਦਾਜ ਨਹੀਂ ਲਿਆ ਸੀ, ਉਹਨਾਂ ਨੂੰ ਸਿਰਫ ਸੋਹਣੀ ਕੁੜੀ ਚਾਹੀਦੀ ਸੀ ਤੇ ਮੇਰੀ ਭੈਣ ਬਹੁਤ ਜ਼ਿਆਦਾ ਸੋਹਣੀ ਸੀ। ਸੋਹਣੀ ਤਾਂ ਮੈਂ ਵੀ ਘੱਟ ਨਹੀਂ ਸੀ। ਹੁਣ ਮੈਂ ਜ਼ਿਆਦਾਤਰ ਘਰ 'ਚ ਹੀ ਰਹਿੰਦੀ, ਕਿਉਂਕਿ ਸਾਡੇ ਘਰ ਦਾ ਮਾਹੌਲ ਅਜਿਹਾ ਸੀ ਕਿ ਅਸੀਂ ਜ਼ਿਆਦਾ ਬਾਹਰ ਆ ਜਾ ਨਹੀਂ ਸਕਦੀਆਂ ਸੀ। ਪਰ ਮੇਰੇ ਕੋਲ ਮੋਬਾਈਲ ਸੀ ਤੇ ਮੈਂ ਮੋਬਾਈਲ 'ਤੇ ਹੀ ਜੀਤ ਨਾਲ ਗੱਲਬਾਤ ਕਰਦੀ ਸੀ। ਜੀਤ ਮੈਨੂੰ ਹਮੇਸ਼ਾ ਕਹਿੰਦਾ ਸੀ ਕਿ ਮੈਂ ਵਿਆਹ ਕਰਵਾਵਾਂਗਾ ਤਾਂ ਸਿਰਫ ਤੇਰੇ ਨਾਲ ਹੀ ਕਰਵਾਵਾਂਗਾ, ਪਰ ਮੈਂ ਜੀਤ ਨੂੰ ਕਹਿ ਦਿੰਦੀ ਸੀ ਕਿ ਸਾਡਾ ਸਟੈਂਡਰਡ ਮੈਚ ਨਹੀਂ ਕਰਦਾ। ਜੇ ਤੇਰੇ ਪੇਰੈਂਟਸ ਨੇ ਸਾਡੇ ਵਿਆਹ ਲਈ ਮਨ੍ਹਾ ਕਰ ਦਿੱਤਾ। ਜੀਤ ਕਹਿੰਦਾ ਸੀ ਕਿ ਮੇਰੇ ਮੰਮੀ ਪਾਪਾ ਮੈਨੂੰ ਬਹੁਤ ਪਿਆਰ ਕਰਦੇ ਆ ਤੇ ਉਹ ਮੇਰੀ ਹਰ ਖੁਆਇਸ਼ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਆ। ਮੈਂ ਜੀਤ ਦੇ ਇਸ ਕੌਨਫੀਡੈਂਸ ਨੂੰ ਸੁਣ ਕੇ ਖੁਸ਼ ਹੋ ਜਾਂਦੀ। ਜੀਤ ਆਪਣੀ ਭੈਣ ਪਿੰਕੀ ਦੇ ਹੱਥ ਮੇਰੇ ਲਈ ਐਕਸਪੈਂਸਿਵ ਗਿਫਟ ਭੇਜਦਾ ਰਹਿੰਦਾ। ਮੇਰੇ ਪੇਰੈਂਟਸ ਨੂੰ ਲੱਗਦਾ ਸੀ ਕਿ ਪਿੰਕੀ ਮੈਨੂੰ ਗਿਫਟ ਦਿੰਦੀ ਆ। ਕਈ ਵਾਰ ਪਿੰਕੀ ਮੈਨੂੰ ਘਰ ਤੋਂ ਪਿਕ ਕਰ ਲੈਂਦੀ ਤੇ ਆਪਣੇ ਭਰਾ ਨਾਲ ਮਿਲਾ ਦਿੰਦੀ, ਪਰ ਮੇਰੀ ਮੰਮੀ ਨੂੰ ਪਿੰਕੀ ਨਾਲ ਜਾਣ 'ਤੇ ਇਤਰਾਜ਼ ਹੁੰਦਾ ਸੀ, ਜਦ ਕਿ ਮੇਰੇ ਪਾਪਾ ਦਾ ਕਹਿਣਾ ਹੁੰਦਾ ਸੀ ਕਿ ਪਿੰਕੀ ਆਪਣੀ ਬੇਟੀ ਦੀ ਬਹੁਤ ਚੰਗੀ ਫਰੈਂਡ ਆ, ਇਸ ਨੂੰ ਪਿੰਕੀ ਨਾਲ ਚਲੀ ਜਾਣ ਦੇ। ਅਜਿਹਾ ਨਹੀਂ ਸੀ ਕਿ ਮੇਰੀ ਮੰਮੀ ਸਟ੍ਰਿਕਟ ਸੀ, ਬਸ ਮੇਰੀ ਮੰਮੀ ਨੂੰ ਸਾਡੀ ਫੈਮਿਲੀ ਦਾ ਸਟੈਂਡਰਡ ਲੈ ਕੇ ਫਿਕਰ ਲੱਗਿਆ ਰਹਿੰਦਾ ਸੀ ਕਿ ਕਿਤੇ ਮੇਰੇ ਨਾਲ ਕੁਝ ਗਲਤ ਨਾ ਹੋ ਜਾਵੇ। ਪਿੰਕੀ ਆਪਣੀ ਬਾਕੀ ਫਰੈਂਡਸ ਨਾਲ ਬਿਜ਼ੀ ਹੋ ਜਾਂਦੀ, ਮੈਨੂੰ ਆਪਣੇ ਭਰਾ ਦੇ ਹਵਾਲੇ ਕਰ ਦਿੰਦੀ। ਮੈਂ ਕਾਫੀ ਟਾਈਮ ਜੀਤ ਨਾਲ ਗੁਜ਼ਾਰਦੀ ਸੀ ਤੇ ਖੁਸ਼ ਰਹਿੰਦੀ ਸੀ। ਮੈਂ ਵੀ ਜੀਤ ਤੋਂ ਦੂਰ ਨਹੀਂ ਹੋਣਾ ਚਾਹੁੰਦੀ ਸੀ। ਮੇਰੀ ਭੈਣ ਦੇ ਵਿਆਹ ਨੂੰ ਕਾਫੀ ਟਾਈਮ ਹੋ ਚੁੱਕਿਆ ਸੀ। ਜੀਤ ਵੀ ਮੈਨੂੰ ਕਹਿਣ ਲੱਗਿਆ ਕਿ ਤੂੰ ਆਪਣੇ ਰਿਸ਼ਤੇ ਬਾਰੇ ਆਪਣੇ ਪੇਰੈਂਟਸ ਨਾਲ ਗੱਲ ਕਰ। ਮੈਂ ਬਹੁਤ ਡਰ ਗਈ। ਮੈਂ ਜੀਤ ਨੂੰ ਕਿਹਾ ਕਿ ਮੈਂ ਆਪਣੇ ਪੇਰੈਂਟਸ ਨਾਲ ਡਾਇਰੈਕਟਲੀ ਆਪਣੇ ਰਿਸ਼ਤੇ ਦੀ ਗੱਲ ਨਹੀਂ ਕਰ ਸਕਦੀ, ਪਰ ਜੇ ਤੂੰ ਆਪਣੇ ਪੇਰੈਂਟਸ ਨੂੰ ਰਿਸ਼ਤਾ ਦੇ ਕੇ ਸਾਡੇ ਘਰ ਭੇਜੇਂਗਾ ਤਾਂ ਮੇਰੇ ਪੇਰੈਂਟਸ ਆਪਣੇ ਰਿਸ਼ਤੇ ਲਈ ਇਨਕਾਰ ਨਹੀਂ ਕਰਨਗੇ। ਪਰ ਮੇਰੇ ਪੇਰੈਂਟਸ ਬਹੁਤ ਚੰਗੇ ਆ। ਫਿਰ ਜੀਤ ਨੇ ਕਿਹਾ ਠੀਕ ਆ, ਹੁਣ ਵਕਤ ਆ ਗਿਆ, ਮੈਂ ਆਪਣੇ ਪੇਰੈਂਟਸ ਨੂੰ ਆਪਣੇ ਬਾਰੇ ਦੱਸ ਦਿੰਨਾ, ਫਿਰ ਉਹ ਜੋ ਵੀ ਜਵਾਬ ਦੇਣਗੇ ਮੈਂ ਤੈਨੂੰ ਦੱਸ ਦੇਵਾਂਗਾ। ਫਿਰ ਜੀਤ ਨੇ ਮੈਨੂੰ ਕਾਲ ਕਰਕੇ ਦੱਸਿਆ ਕਿ ਮੇਰੇ ਪੇਰੈਂਟਸ ਅਗਲੇ ਹਫ਼ਤੇ ਤੇਰੇ ਘਰ ਆਪਣੇ ਰਿਸ਼ਤੇ ਦੀ ਗੱਲ ਕਰਨ ਲਈ ਆ ਰਹੇ ਆ। ਇਹ ਗੱਲ ਸੁਣ ਕੇ ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਫਿਰ ਮੈਂ ਮੰਮੀ ਨੂੰ ਕਿਹਾ ਕਿ ਪਿੰਕੀ ਦੇ ਪੇਰੈਂਟਸ ਆਪਣੇ ਘਰ ਆ ਰਹੇ ਆ। ਮੰਮੀ ਕਹਿਣ ਲੱਗੀ ਉਹ ਆਪਣੇ ਘਰ ਕਿਉਂ ਆ ਰਹੇ ਆ। ਮੈਂ ਇਸ ਗੱਲ ਦਾ ਜਵਾਬ ਮੰਮੀ ਨੂੰ ਨਹੀਂ ਦਿੱਤਾ ਸੀ। ਮੈਂ ਕਿਹਾ ਪਤਾ ਨਹੀਂ ਉਹ ਆਪਣੇ ਘਰ ਕਿਉਂ ਆ ਰਹੇ ਆ। ਜਦੋਂ ਜੀਤ ਦੇ ਪੇਰੈਂਟਸ ਸਾਡੇ ਘਰ ਆਏ, ਉਹਨਾਂ ਨੇ ਸਾਡੇ ਰਿਸ਼ਤੇ ਦੀ ਗੱਲ ਕੀਤੀ ਤਾਂ ਮੇਰੇ ਪਾਪਾ ਬਹੁਤ ਖੁਸ਼ ਹੋ ਗਏ, ਪਰ ਮੇਰੀ ਮੰਮੀ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਮੇਰੇ ਲਈ ਇੰਨੇ ਵੱਡੇ ਘਰ ਦਾ ਰਿਸ਼ਤਾ ਆਇਆ। ਪਾਪਾ ਨੇ ਰਿਸ਼ਤੇ ਲਈ ਝਟਪਟ ਹਾਂ ਕਰ ਦਿੱਤੀ, ਪਰ ਮੈਂ ਦੇਖਿਆ ਸੀ ਕਿ ਜੀਤ ਦੇ ਪਾਪਾ ਤਾਂ ਸਾਡੇ ਰਿਸ਼ਤੇ ਤੋਂ ਬਹੁਤ ਖੁਸ਼ ਸੀ ਤੇ ਉਹ ਮੈਨੂੰ ਖੁਸ਼ ਹੋ ਕੇ ਆਸ਼ੀਰਵਾਦ ਦੇ ਰਹੇ ਸੀ। ਪਰ ਜੀਤ ਦੀ ਮੰਮੀ ਦਾ ਮੂਡ ਖਰਾਬ ਲੱਗ ਰਿਹਾ ਸੀ। ਮੈਂ ਇਸ ਬਾਰੇ ਜੀਤ ਨਾਲ ਗੱਲ ਕੀਤੀ ਤਾਂ ਜੀਤ ਨੇ ਕਿਹਾ ਅਜਿਹੀ ਕੋਈ ਗੱਲ ਨਹੀਂ, ਬਸ ਤੂੰ ਜਾਣਦੀ ਆ ਮੰਮੀ ਸ਼ੁਰੂ ਤੋਂ ਹੀ ਚਾਹੁੰਦੀ ਸੀ ਕਿ ਉਹਨਾਂ ਦੀ ਫਰੈਂਡ ਦੀ ਬੇਟੀ ਮੇਰੀ ਪਤਨੀ ਬਣੇ, ਪਰ ਮੈਂ ਉਹਨਾਂ ਨੂੰ ਸਾਫ਼ ਕਹਿ ਦਿੱਤਾ ਕਿ ਜੇ ਮੈਂ ਵਿਆਹ ਕਰਵਾਵਾਂਗਾ ਤਾਂ ਰਚਨਾ ਨਾਲ ਕਰਵਾਵਾਂਗਾ, ਨਹੀਂ ਮੈਂ ਵਿਆਹ ਨਹੀਂ ਕਰਵਾਵਾਂਗਾ। ਪਰ ਮੇਰੇ ਲਈ ਪਾਪਾ ਦੀ ਤਾਂ ਇੰਪੋਰਟੈਂਟ ਆ, ਮੰਮੀ ਦੀ ਹਾਂ ਜ਼ਰੂਰੀ ਨਹੀਂ। ਜਦੋਂ ਮੈਂ ਆਪਣੇ ਰਿਸ਼ਤੇ ਬਾਰੇ ਗੱਲ ਕੀਤੀ ਸੀ ਤਾਂ ਪਾਪਾ ਬਹੁਤ ਖੁਸ਼ ਹੋ ਗਏ ਸੀ ਤੇ ਪਾਪਾ ਨੇ ਕਿਹਾ ਸੀ ਕਿ ਇਹ ਤਾਂ ਬਹੁਤ ਵਧੀਆ ਗੱਲ ਆ ਜੇ ਰਚਨਾ ਆਪਣੇ ਘਰ ਦੀ ਨੂੰਹ ਬਣ ਜਾਵੇਗੀ। ਪਿੰਕੀ ਤੇ ਰਚਨਾ ਦੀ ਦੋਸਤੀ ਹੋਰ ਵੀ ਗਹਿਰੀ ਹੋ ਜਾਵੇਗੀ। ਰਚਨਾ ਬਹੁਤ ਚੰਗੀ ਕੁੜੀ ਆ। ਜੀਤ ਦੇ ਪਾਪਾ ਨੇ ਮੇਰੇ ਪਾਪਾ ਨਾਲ ਵਿਆਹ ਦੀ ਡੇਟ ਵੀ ਫਿਕਸ ਕਰ ਲਈ। 2 ਮਹੀਨਿਆਂ ਬਾਅਦ ਸਾਡਾ ਵਿਆਹ ਸੀ। ਦੋਨੋਂ ਪਰਿਵਾਰ ਬਹੁਤ ਖੁਸ਼ ਸੀ। ਜਦੋਂ ਮੇਰੀਆਂ ਭੈਣਾਂ ਨੂੰ ਮੇਰੇ ਰਿਸ਼ਤੇ ਬਾਰੇ ਪਤਾ ਲੱਗਿਆ ਤਾਂ ਬਹੁਤ ਖੁਸ਼ ਹੋਈਆਂ
ਤੇ ਮੈਨੂੰ ਕਹਿਣ ਲੱਗੀਆਂ ਕਿ ਤੂੰ ਬਹੁਤ ਕਿਸਮਤ ਵਾਲੀ ਆ ਜੋ ਇੰਨੇ ਅਮੀਰ ਘਰ ਦੀ ਨੂੰਹ ਬਣਨ ਵਾਲੀ ਆ। ਤੂੰ ਉਸ ਘਰ ਵਿੱਚ ਰਾਣੀ ਬਣ ਕੇ ਰਵੇਂਗੀ। ਮੈਂ ਆਪਣੇ ਆਪ 'ਤੇ ਬਹੁਤ ਘਮੰਡ ਕਰ ਰਹੀ ਸੀ। ਆਖਰਕਾਰ ਮੈਨੂੰ ਆਪਣੇ ਪਸੰਦ ਦਾ ਪਤੀ ਮਿਲ ਰਿਹਾ ਸੀ ਤੇ ਮੇਰੇ ਸਹੁਰੇ ਵੀ ਬਹੁਤ ਚੰਗੇ ਸੀ। ਪਰ ਮੈਂ ਨਹੀਂ ਜਾਣਦੀ ਸੀ ਕਿ ਮੇਰੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਲੱਗ ਜਾਵੇਗੀ। ਸਾਡੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਜੀਤ ਨੇ ਮੈਨੂੰ ਖੁਦ ਸਾਰੀ ਸ਼ਾਪਿੰਗ ਕਰਵਾਈ ਸੀ। ਇਸ ਦੌਰਾਨ ਪਿੰਕੀ ਵੀ ਆਪਣੇ ਪੇਰੈਂਟਸ ਨਾਲ ਆਪਣੇ ਰਿਸ਼ਤੇ ਦੀ ਗੱਲ ਕਰਨਾ ਚਾਹੁੰਦੀ ਸੀ ਕਿਉਂਕਿ ਉਹ ਕਿਸੇ ਮੁੰਡੇ ਨੂੰ ਪਸੰਦ ਕਰਦੀ ਸੀ ਤਾਂ ਉਸ ਮੁੰਡੇ ਦੇ ਪੇਰੈਂਟਸ ਉਸ ਦਾ ਵਿਆਹ ਕਰਨਾ ਚਾਹੁੰਦੇ ਸੀ। ਫਿਰ ਪਿੰਕੀ ਨੇ ਆਪਣੇ ਪੇਰੈਂਟਸ ਨਾਲ ਗੱਲ ਕੀਤੀ ਤਾਂ ਉਸ ਦੇ ਪੇਰੈਂਟਸ ਖੁਸ਼ ਹੋ ਗਏ ਕਿਉਂਕਿ ਉਹ ਮੁੰਡਾ ਵੀ ਬਹੁਤ ਚੰਗਾ ਸੀ ਤੇ ਉਸ ਦੇ ਪੇਰੈਂਟਸ ਚਾਹੁੰਦੇ ਸੀ ਕਿ ਸਾਡੇ ਦੋਹਾਂ ਬੱਚਿਆਂ ਦਾ ਵਿਆਹ ਇੱਕ ਹੀ ਦਿਨ ਹੋ ਜਾਵੇ। ਪਰ ਜੀਤ ਨੇ ਇਨਕਾਰ ਕਰ ਦਿੱਤਾ। ਜੀਤ ਨੇ ਕਿਹਾ ਕਿ ਮੈਂ ਚਾਹੁੰਦਾ ਕਿ ਮੇਰੀ ਭੈਣ ਮੇਰੇ ਵਿਆਹ ਨੂੰ ਇੰਜੋਏ ਕਰੇ। ਮੈਂ ਨਹੀਂ ਚਾਹੁੰਦਾ ਕਿ ਮੇਰੀ ਭੈਣ ਦੁਲਹਨ ਬਣ ਕੇ ਇੱਕ ਕੋਨੇ 'ਚ ਬੈਠੀ ਰਵੇ। ਫਿਰ ਜੀਤ ਦੇ ਪੇਰੈਂਟਸ ਨੇ ਵੀ ਜੀਤ ਦੀ ਗੱਲ ਮੰਨ ਲਈ ਤੇ ਪਿੰਕੀ ਦਾ ਵਿਆਹ ਸਾਡੇ ਵਿਆਹ ਤੋਂ 2 ਮਹੀਨੇ ਬਾਅਦ ਹੋਣਾ ਸੀ। ਇਸ ਤਰ੍ਹਾਂ ਸਾਡੇ ਦੋਹਾਂ ਦਾ ਵਿਆਹ ਪੱਕਾ ਹੋ ਗਿਆ। ਸਾਡੀ ਦੋਹਾਂ ਦੀ ਦੋਸਤੀ ਰਿਸ਼ਤੇਦਾਰੀ ਵਿੱਚ ਬਦਲਣ ਜਾ ਰਹੀ ਸੀ। ਜੀਤ ਨੇ ਮੇਰੇ ਪੇਰੈਂਟਸ ਨੂੰ ਕਿਹਾ ਸੀ ਕਿ ਮੈਂ ਵਿਆਹ ਦੇ ਸਾਰੇ ਇੰਤਜ਼ਾਮ ਖੁਦ ਦੇਖ ਲਵਾਂਗਾ। ਤੁਹਾਨੂੰ ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਜੀਤ ਮੇਰੇ ਪਾਪਾ ਦੇ ਹਾਲਾਤ ਚੰਗੀ ਤਰ੍ਹਾਂ ਜਾਣਦਾ ਸੀ। ਜੀਤ ਚਾਹੁੰਦਾ ਸੀ ਕਿ ਲੋਕਾਂ ਦੇ ਸਾਹਮਣੇ ਮੇਰੇ ਪੇਰੈਂਟਸ ਦੀ ਇਨਸਲਟ ਨਾ ਹੋਵੇ। ਉਹ ਸਭ ਨੂੰ ਇਹੀ ਦਿਖਾਉਣਾ ਚਾਹੁੰਦਾ ਸੀ ਕਿ ਮੇਰੇ ਪਾਪਾ ਗਰੀਬ ਹੋਣ ਦੇ ਬਾਵਜੂਦ ਵੀ ਮੇਰਾ ਵਿਆਹ ਬਹੁਤ ਧੂਮ-ਧਾਮ ਨਾਲ ਕੀਤਾ ਹੈ। ਮੇਰੇ ਪਾਪਾ ਨੇ ਜੀਤ ਨੂੰ ਮਨ੍ਹਾ ਕੀਤਾ ਸੀ ਕਿ ਬੇਟਾ ਮੈਂ ਤੁਹਾਡੇ ਵਿਆਹ ਲਈ ਲੋਨ ਲੈ ਲਵਾਂਗਾ ਤੇ ਬਾਅਦ ਵਿੱਚ ਵਾਪਸ ਕਰ ਦੇਵਾਂਗਾ। ਪਰ ਜੀਤ ਨੇ ਪਾਪਾ ਨੂੰ ਇਨਕਾਰ ਕਰ ਦਿੱਤਾ ਕਿ ਇਹ ਸਭ ਕੁਝ ਮੈਂ ਖੁਦ ਹੀ ਕਰਾਂਗਾ। ਮੇਰੇ ਪਾਪਾ ਬਹੁਤ ਖੁਸ਼ ਹੋ ਰਹੇ ਸੀ ਕਿ ਮੈਨੂੰ ਬਹੁਤ ਚੰਗਾ ਪਤੀ ਮਿਲਿਆ। ਫਾਈਨਲੀ ਸਾਡੇ ਵਿਆਹ ਵਾਲਾ ਦਿਨ ਆ ਗਿਆ। ਸੁਬਾਹ ਮੇਰੀ ਸੱਸ ਦੀ ਕਾਲ ਆਈ। ਉਸਨੇ ਕਿਹਾ ਕਿ ਤੇਰੇ ਪਾਪਾ ਪਾਰਲਰ ਦਾ ਖਰਚਾ ਨਹੀਂ ਦੇ ਸਕਦੇ। ਤੂੰ ਮੇਰੇ ਨਾਲ ਪਾਰਲਰ ਤਿਆਰ ਹੋਣ ਜਾਵੇਂਗੀ। ਪਾਰਲਰ ਦੇ ਸਾਰੇ ਪੈਸੇ ਮੈਂ ਹੀ ਦੇਵਾਂਗੀ। ਮੈਂ ਉਹਨਾਂ ਦੀ ਗੱਲ ਸੁਣ ਕੇ ਸ਼ਰਮਿੰਦਾ ਹੋ ਗਈ ਤੇ ਮੈਂ ਕਿਹਾ ਆਂਟੀ ਮੈਂ ਪਾਰਲਰ ਵਾਲੀ ਬੁੱਕ ਕਰ ਲਈ ਆ। ਉਹ ਕਹਿਣ ਲੱਗੀ ਸਾਡੇ ਵਿਆਹ 'ਚ ਬਹੁਤ ਅਮੀਰ ਅਤੇ ਬਿਜ਼ਨਸਮੈਨ ਲੋਕ ਆਉਣ ਵਾਲੇ ਆ। ਜੇ ਤੂੰ ਕਿਸੇ ਛੋਟੇ-ਮੋਟੇ ਪਾਰਲਰ ਤੋਂ ਤਿਆਰ ਨਹੀਂ ਹੋਣਾ ਮੈਂ ਤੇਰੇ ਲਈ ਪ੍ਰੋਫੈਸ਼ਨਲ ਪਾਰਲਰ ਦੀ ਬੁਕਿੰਗ ਕੀਤੀ ਆ। ਮੈਂ ਤੈਨੂੰ ਤੇਰੇ ਘਰ ਤੋਂ ਪਿਕ ਕਰ ਲਵਾਂਗੀ। ਮੈਂ ਉਹਨਾਂ ਨੂੰ ਮਨ੍ਹਾ ਵੀ ਕੀਤਾ ਕਿ ਨਹੀਂ ਆਂਟੀ ਮੈਂ ਜੀਤ ਦੇ ਨਾਲ ਚਲੀ ਜਾਵਾਂਗੀ। ਫਿਰ ਉਸਨੇ ਕਿਹਾ ਕਿ ਅਜੇ ਤੇਰਾ ਜੀਤ ਨਾਲ ਵਿਆਹ ਨਹੀਂ ਹੋਇਆ ਕਿ ਤੂੰ ਆਪਣੇ ਸਾਰੇ ਕੰਮ ਉਸ ਨਾਲ ਜਾ ਕੇ ਕਰੀਂ। ਜਦੋਂ ਤੂੰ ਉਸ ਦੀ ਪਤਨੀ ਬਣ ਜਾਵੇਂਗੀ ਤਾਂ ਆਪਣੇ ਕੰਮ ਕਰਵਾਉਂਦੀ ਰਹੀਂ। ਫਿਰ ਉਸਨੇ ਮੈਨੂੰ ਕਿਹਾ ਕਿ ਸ਼ਾਮ 4 ਵਜੇ ਤੂੰ ਪਾਰਲਰ ਜਾਣ ਦੇ ਲਈ ਤਿਆਰ ਰਹੀਂ। ਮੈਂ ਤੈਨੂੰ ਲੈਣ ਆਵਾਂਗੀ। ਮੈਂ ਉਸ ਨੂੰ ਕੁਝ ਨਾ ਕਹਿ ਸਕੀ। ਓਕੇ ਕਹਿ ਕੇ ਫੋਨ ਕੱਟ ਦਿੱਤਾ। ਮੈਂ ਫ੍ਰੀ ਹੋ ਕੇ ਜੀਤ ਦੀ ਮਾਂ ਦੀ ਉਡੀਕ ਕਰ ਰਹੀ ਸੀ। ਫਿਰ ਮੈਨੂੰ ਜੀਤ ਦੀ ਕਾਲ ਆਈ। ਉਸਨੇ ਕਿਹਾ ਮੰਮੀ ਤੈਨੂੰ ਲੈਣ ਦੇ ਲਈ ਘਰ 'ਚੋਂ ਨਿਕਲ ਚੁੱਕੀ ਆ। ਤੂੰ ਮੰਮੀ ਦੇ ਨਾਲ ਪਾਰਲਰ ਚਲੀ ਜਾਵੀਂ। ਵਾਪਸੀ 'ਤੇ ਮੈਂ ਤੈਨੂੰ ਪਿਕ ਕਰ ਲਵਾਂਗਾ ਕਿਉਂਕਿ ਮੰਮੀ ਨੇ ਆਪਣਾ ਮੇਕਅਪ ਕਰਵਾ ਕੇ ਮੈਰਿਜ ਹਾਲ ਵਿੱਚ ਆਉਣਾ। ਪਰ ਤੂੰ ਬਰਾਈਡਲ ਆ। ਤੈਨੂੰ ਰੈਡੀ ਹੋਣ 'ਚ ਟਾਈਮ ਲੱਗੇਗਾ। ਤੈਨੂੰ ਮੈਂ ਖੁਦ ਲੈਣ ਆਵਾਂਗਾ। ਫਿਰ ਮੈਂ ਜੀਤ ਨੂੰ ਕਿਹਾ ਮੈਂ ਤੇਰੇ ਨਾਲ ਬਾਅਦ ਵਿੱਚ ਗੱਲ ਕਰਾਂਗੀ। ਲੱਗਦਾ ਬਾਹਰ ਆਂਟੀ ਮੈਨੂੰ ਲੈਣ ਦੇ ਲਈ ਆ ਗਈ। ਮੈਂ ਜਲਦੀ ਨਾਲ ਫੋਨ ਕੱਟ ਕੇ ਆਪਣਾ ਬੈਗ ਚੁੱਕਿਆ ਤੇ ਆਂਟੀ ਨਾਲ ਗੱਡੀ ਵਿੱਚ ਬੈਠ ਗਈ। ਮੈਂ ਬਹੁਤ ਖੁਸ਼ ਹੋ ਰਹੀ ਸੀ। ਅਸੀਂ ਪਾਰਲਰ ਪਹੁੰਚ ਗਏ। ਆਂਟੀ ਦਾ ਮੇਕਅਪ ਪਹਿਲਾਂ ਹੋ ਗਿਆ ਤੇ ਮੇਰਾ ਅਜੇ ਮੇਕਅਪ ਹੋ ਰਿਹਾ ਸੀ। ਆਂਟੀ ਨੇ ਮੇਕਅਪ ਕਰਨ ਵਾਲੀ ਕੁੜੀ ਨੂੰ ਕਿਹਾ ਕਿ 5 ਮਿੰਟ ਸਾਨੂੰ ਦੋਹਾਂ ਨੂੰ ਇਕੱਲੀਆਂ ਛੱਡ ਦੇ। ਮੈਂ ਆਪਣੀ ਨੂੰਹ ਨਾਲ ਬਹੁਤ ਇੰਪੋਰਟੈਂਟ ਗੱਲ ਕਰਨੀ ਆ। ਫਿਰ ਉਹ ਕੁੜੀ ਬਾਹਰ ਚਲੀ ਗਈ। ਜੀਤ ਦੀ ਮਾਂ ਨੇ ਮੈਨੂੰ ਕਿਹਾ ਕਿ ਤੂੰ ਮੇਰੇ ਬੇਟੇ ਨਾਲ ਵਿਆਹ ਕਰਵਾ ਕੇ ਸਾਡੇ ਘਰ ਵਿੱਚ ਰਾਜ ਕਰਨਾ ਚਾਹੁੰਦੀ ਆ ਪਰ ਮੈਂ ਅਜਿਹਾ ਕੁਝ ਵੀ ਨਹੀਂ ਹੋਣ ਦੇਵਾਂਗੀ। ਮੈਂ ਉਸ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ। ਮੈਂ ਕਿਹਾ ਆਂਟੀ ਮੈਂ ਤੇ ਜੀਤ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਤੇ ਤੁਸੀਂ ਮੈਨੂੰ ਐਕਸੈਪਟ ਨਹੀਂ ਕੀਤਾ। ਮੇਰੇ 'ਚ ਅਜਿਹੀ ਕਿਹੜੀ ਕਮੀ ਆ ਜੋ ਤੁਸੀਂ ਮੈਨੂੰ ਪਸੰਦ ਨਹੀਂ ਕਰਦੇ। ਉਸਨੇ ਕਿਹਾ ਕਿ ਤੇਰੇ ਵਿੱਚ ਅਜਿਹੀ ਖੂਬੀ ਵੀ ਕਿਹੜੀ ਆ
ਜੋ ਮੈਂ ਤੈਨੂੰ ਪਸੰਦ ਕਰ ਸਕਾਂ। ਤੂੰ ਮਿਡਲ ਕਲਾਸ ਵਾਲੀ ਆ, ਮੇਰੇ ਬੇਟੇ ਨਾਲ ਆਪਣੀ ਬਰਾਬਰੀ ਕਰਨ ਚੱਲੀ ਆ। ਮੇਰੀ ਬੇਟੀ ਨਾਲ ਤੇਰੀ ਦੋਸਤੀ ਸੀ, ਇੱਥੋਂ ਤੱਕ ਸਭ ਕੁਝ ਠੀਕ ਸੀ, ਪਰ ਤੂੰ ਹੁਣ ਮੇਰੇ ਘਰ ਦੀ ਨੂੰਹ ਬਣਨਾ ਚਾਹੁੰਦੀ ਆ। ਇਹ ਮੈਂ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੀ। ਮੈਂ ਆਪਣੇ ਪਤੀ ਅਤੇ ਬੱਚਿਆਂ ਦੀ ਖੁਸ਼ੀ ਅੱਗੇ ਮਜਬੂਰ ਸੀ, ਇਸ ਲਈ ਮੈਂ ਤੇਰੇ ਰਿਸ਼ਤੇ ਲਈ ਹਾਂ ਕਰ ਦਿੱਤੀ, ਵਰਨਾ ਮੈਨੂੰ ਤੂੰ ਬਿਲਕੁਲ ਵੀ ਪਸੰਦ ਨਹੀਂ। ਖਾਨਦਾਨੀ ਕੁੜੀਆਂ ਖਾਨਦਾਨੀ ਹੀ ਹੁੰਦੀਆਂ। ਖਾਨਦਾਨੀ ਕੁੜੀਆਂ ਜਦੋਂ ਆਪਣੇ ਸਹੁਰੇ ਘਰ ਜਾਂਦੀਆਂ ਤਾਂ ਉਹਨਾਂ ਦੀ ਨਸਲ ਵੀ ਵਧੀਆ ਹੁੰਦੀ ਆ। ਜਦੋਂ ਗਰੀਬ ਕੁੜੀਆਂ ਵਿਆਹ ਕੇ ਅਮੀਰ ਘਰ ਜਾਂਦੀਆਂ ਤਾਂ ਉਹਨਾਂ ਦੀ ਨਸਲ ਖਰਾਬ ਕਰ ਦਿੰਦੀਆਂ। ਮੈਂ ਆਪਣੇ ਬੇਟੇ ਦਾ ਵਿਆਹ ਆਪਣੀ ਫਰੈਂਡ ਦੀ ਕੁੜੀ ਨਾਲ ਹੀ ਕਰਨਾ ਚਾਹੁੰਦੀ ਆ। ਉਹ ਕੁੜੀ ਬਹੁਤ ਸੋਹਣੀ ਆ, ਅਮਰੀਕਾ ਵਿੱਚ ਪੜ੍ਹੀ ਲਿਖੀ ਆ ਤੇ ਉਹ ਅਮੀਰ ਬਾਪ ਦੀ ਬੇਟੀ ਆ, ਤੇ ਤੂੰ ਮਾਮੂਲੀ ਜਿਹੇ ਘਰ ਦੀ ਕੁੜੀ ਜਿਸ ਨੇ ਬਸ BA ਤੱਕ ਪੜ੍ਹਾਈ ਕੀਤੀ, ਉਹ ਵੀ ਸਕਾਲਰਸ਼ਿਪ 'ਤੇ। ਮੇਰੀ ਬੇਟੀ ਨੂੰ ਵੀ ਤੂੰ ਆਪਣੀਆਂ ਗੱਲਾਂ 'ਚ ਲੈ ਲਿਆ, ਉਹ ਵੀ ਅੱਗੇ ਨਹੀਂ ਪੜ੍ਹ ਸਕੀ। ਬਸ ਮੈਂ ਤੈਨੂੰ ਬਹੁਤ ਬਰਦਾਸ਼ਤ ਕਰ ਲਿਆ। ਤੂੰ ਮੇਰੇ ਦੋਨਾਂ ਬੱਚਿਆਂ ਦੇ ਦਿਲ 'ਤੇ ਰਾਜ ਕਰਕੇ ਉਹਨਾਂ ਦਾ ਦਿਮਾਗ ਖਰਾਬ ਕਰ ਦਿੱਤਾ, ਤੇ ਮੇਰੇ ਘਰ ਦੀ ਨੂੰਹ ਬਣ ਕੇ ਪਤਾ ਨਹੀਂ ਮੇਰੇ ਘਰ ਦਾ ਕੀ ਹਾਲ ਕਰੇਂਗੀ। ਆਂਟੀ ਦੀ ਗੱਲ ਸੁਣ ਕੇ ਮੇਰੀਆਂ ਅੱਖਾਂ 'ਚ ਹੰਝੂ ਆ ਗਏ। ਮੈਂ ਕਿਹਾ, ਆਂਟੀ ਤੁਸੀਂ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ? ਮੈਂ ਤੁਹਾਡੀ ਸਾਰੀ ਉਮਰ ਬਹੁਤ ਸੇਵਾ ਕਰਾਂਗੀ। ਉਸਨੇ ਕਿਹਾ, ਤੈਨੂੰ ਸੇਵਾ ਕਰਨ ਦੀ ਕੋਈ ਜ਼ਰੂਰਤ ਨਹੀਂ, ਬਸ ਇੰਨਾ ਕਰ ਦੇਵੀਂ ਕਿ ਅੱਜ ਜਦੋਂ ਦੁਲਹਨ ਬਣ ਕੇ ਮੰਡਪ 'ਤੇ ਬੈਠਣ 'ਤੇ ਵਿਆਹ ਤੋਂ ਇਨਕਾਰ ਕਰ ਦੇਵੀਂ। ਉਸ ਦੀ ਗੱਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਕਿਹਾ, ਤੁਸੀਂ ਇਹ ਸਭ ਕਿਉਂ ਕਰ ਰਹੇ ਹੋ? ਮੈਂ ਅਜਿਹਾ ਨਹੀਂ ਕਰ ਸਕਦੀ। ਤੁਸੀਂ ਸਾਡੀਆਂ ਦੋਹਾਂ ਦੀਆਂ ਖੁਸ਼ੀਆਂ ਕਿਉਂ ਖੋਣਾ ਚਾਹੁੰਦੇ ਹੋ? ਉਸਨੇ ਕਿਹਾ, ਜ਼ਿਆਦਾ ਚਲਾਕੀ ਕਰਨ ਦੀ ਜ਼ਰੂਰਤ ਨਹੀਂ, ਜਿੰਨਾ ਮੈਂ ਕਹਿ ਰਹੀ ਹਾਂ ਓਨਾ ਕਰ, ਪਰ ਜੇ ਤੂੰ ਇਸ ਤਰ੍ਹਾਂ ਨਾ ਕੀਤਾ ਤਾਂ ਮੈਂ ਜ਼ਹਿਰ ਖਾ ਲਵਾਂਗੀ, ਜਾਂ ਫਿਰ ਮੈਂ ਤੇਰਾ ਜਿਉਣਾ ਦੁੱਭਰ ਕਰ ਦੇਵਾਂਗੀ। ਆਪਣੇ ਬੇਟੇ ਤੋਂ ਤੈਨੂੰ ਦੂਰ ਕਰ ਦੇਵਾਂਗੀ। ਆਪਣੇ ਬੇਟੇ ਦੇ ਦਿਲ ਵਿੱਚ ਤੇਰੇ ਲਈ ਨਫ਼ਰਤ ਭਰ ਦੇਵਾਂਗੀ। ਫਿਰ ਉਹ ਤੇਰੀ ਸ਼ਕਲ ਦੇਖਣਾ ਵੀ ਪਸੰਦ ਨਹੀਂ ਕਰੇਗੀ। ਵਿਆਹ ਤੋਂ ਬਾਅਦ ਤੇਰੀ ਜ਼ਿੰਦਗੀ ਬਦ ਤੋਂ ਬਦਤਰ ਕਰ ਦੇਵਾਂਗੀ। ਤੂੰ ਇਹ ਕਹਾਵਤ ਤਾਂ ਸੁਣੀ ਹੋਵੇਗੀ ਕਿ ਘਰ ਦਾ ਨਾ ਘਾਟ ਦਾ। ਵਿਆਹ ਤੋਂ ਬਾਅਦ ਤੇਰੀ ਜ਼ਿੰਦਗੀ ਵੀ ਕੁਝ ਅਜਿਹੀ ਹੀ ਹੋ ਜਾਵੇਗੀ। ਮੈਂ ਆਂਟੀ ਦੇ ਸਾਹਮਣੇ ਹੱਥ ਜੋੜ ਕੇ ਰੋ ਰਹੀ ਸੀ ਕਿ ਆਂਟੀ ਪਲੀਜ਼ ਅਜਿਹਾ ਨਾ ਕਰੋ। ਉਸਨੇ ਕਿਹਾ, ਤੇਰਾ ਇਹ ਸਭ ਕਰਨ ਦਾ ਕੋਈ ਨੁਕਸਾਨ ਨਹੀਂ ਹੋਵੇਗਾ, ਮੈਂ ਤੇਰਾ ਵੀ ਫਾਇਦਾ ਹੀ ਕਰਾਂਗੀ। ਮੇਰੀ ਇੱਕ ਰਿਸ਼ਤੇਦਾਰੀ 'ਚ ਇੱਕ ਅਜਿਹਾ ਮੁੰਡਾ ਜਿਸ ਦੀ ਜੌਬ ਹੁਣੇ ਅਮਰੀਕਾ ਵਿੱਚ ਲੱਗੀ ਆ। ਉਸ ਦਾ ਅੱਗੇ ਪਿੱਛੇ ਕੋਈ ਵੀ ਨਹੀਂ, ਸਿਰਫ ਉਸ ਦੀ ਇੱਕ ਭੈਣ ਆ। ਉਹ ਵੀ ਉਸ ਦੇ ਨਾਲ ਅਮਰੀਕਾ ਚਲੀ ਜਾਵੇਗੀ। ਮੈਂ ਤੇਰਾ ਵਿਆਹ ਉਸ ਨਾਲ ਕਰਵਾ ਦੇਵਾਂਗੀ। ਬੋਲ, ਤੈਨੂੰ ਮੇਰੀ ਸ਼ਰਤ ਮਨਜ਼ੂਰ ਆ ਜਾਂ ਨਹੀਂ? ਪਰ ਜੇ ਤੂੰ ਜ਼ਬਰਦਸਤੀ ਮੇਰੇ ਬੇਟੇ ਨਾਲ ਵਿਆਹ ਕਰਵਾਇਆ ਤਾਂ ਮੈਂ ਤੇਰੀ ਜ਼ਿੰਦਗੀ ਬਰਬਾਦ ਕਰ ਦੇਵਾਂਗੀ। ਤੂੰ ਮੌਤ ਨੂੰ ਤਰਸੇਂਗੀ, ਤੈਨੂੰ ਕਦੇ ਖੁਸ਼ੀ ਨਸੀਬ ਨਹੀਂ ਹੋਵੇਗੀ। ਜੇ ਤੂੰ ਮੇਰੇ ਖਿਲਾਫ ਕਿਸੇ ਨਾਲ ਕੋਈ ਗੱਲ ਕੀਤੀ ਤਾਂ ਮੇਰੇ ਤੋਂ ਬੁਰਾ ਕੁਝ ਨਹੀਂ ਹੋਵੇਗਾ। ਮੇਰੇ ਇੱਕ ਇਸ਼ਾਰੇ ਨਾਲ ਤੇਰੇ ਪੇਰੈਂਟਸ ਦਾ ਕਤਲ ਵੀ ਹੋ ਸਕਦਾ, ਤੇ ਕਤਲ ਦਾ ਇਲਜ਼ਾਮ ਆਸਾਨੀ ਨਾਲ ਮੈਂ ਤੇਰੇ 'ਤੇ ਲਗਾ ਸਕਦੀ ਹਾਂ। ਇਸ ਲਈ ਤੈਨੂੰ ਕਹਿ ਰਹੀ ਹਾਂ ਕਿ ਅਜਿਹਾ ਕੁਝ ਵੀ ਕਰਨ ਦੀ ਕੋਸ਼ਿਸ਼ ਨਾ ਕਰੀਂ ਜਿਸ ਨਾਲ ਤੇਰਾ ਨੁਕਸਾਨ ਹੋਵੇ। ਇੱਧਰ ਤੇਰਾ ਹੋਣ ਵਾਲਾ ਪਤੀ ਵੀ ਨਾ ਰਹੇ ਤੇ ਉੱਧਰ ਤੇਰੇ ਪੇਰੈਂਟਸ ਵੀ ਚਲੇ ਜਾਣ। ਹੁਣ ਤੂੰ ਆਰਾਮ ਨਾਲ ਸੋਚ ਲਾ ਕਿਹੜਾ ਰਸਤਾ ਚੁਣਨਾ। ਤੂੰ ਜੀਤ ਨਾਲ ਵਿਆਹ ਕਰਵਾਉਣਾ ਜਾਂ ਮੇਰੀ ਪਸੰਦ ਦੇ ਮੁੰਡੇ ਨਾਲ? ਮੈਂ ਬੁਰੀ ਤਰ੍ਹਾਂ ਮੁਸੀਬਤ ਵਿੱਚ ਫਸ ਚੁੱਕੀ ਸੀ। ਮੈਂ ਰੋ ਰੋ ਕੇ ਕਹਿ ਰਹੀ ਸੀ ਕਿ ਪਲੀਜ਼ ਮੇਰੇ ਨਾਲ ਇਸ ਤਰ੍ਹਾਂ ਨਾ ਕਰੋ, ਮੈਂ ਜੀਤ ਨੂੰ ਨਹੀਂ ਛੱਡ ਸਕਦੀ। ਉਹਨਾਂ ਨੇ ਕਿਹਾ ਕਿ ਤੈਨੂੰ ਮੇਰੀ ਗੱਲ ਮੰਨਣੀ ਪਵੇਗੀ। ਫਿਰ ਮੈਂ ਕੀ ਕਰ ਸਕਦੀ ਸੀ? ਮਜਬੂਰੀ 'ਚ ਆ ਕੇ ਮੈਨੂੰ ਆਂਟੀ ਦੀ ਗੱਲ ਮੰਨਣੀ ਪਈ। ਫਿਰ ਉਹਨਾਂ ਨੇ ਮੇਕਅਪ ਆਰਟਿਸਟ ਨੂੰ ਮੇਰੇ ਕਮਰੇ 'ਚ ਭੇਜ ਦਿੱਤਾ। ਉਹ ਮੇਰਾ ਮੇਕਅਪ ਕਰ ਰਹੀ ਸੀ ਤੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ। ਆਂਟੀ ਗੱਡੀ 'ਚ ਬੈਠ ਕੇ ਮੇਰੀ ਉਡੀਕ ਕਰ ਰਹੀ ਸੀ। ਉਹ ਮੈਨੂੰ ਆਪਣੇ ਨਾਲ ਲਿਜਾ ਰਹੀ ਸੀ। ਮੇਰੇ ਵਿਆਹ ਵਿੱਚ 1 ਘੰਟਾ ਰਹਿ ਗਿਆ। ਆਂਟੀ ਨੇ ਉਸ ਮੁੰਡੇ ਨੂੰ ਵੀ ਬੁਲਾ ਲਿਆ ਜਿਸ ਨਾਲ ਮੇਰਾ ਵਿਆਹ ਹੋਣਾ ਸੀ। ਜਦੋਂ ਮੈਂ ਉਸ ਮੁੰਡੇ ਨੂੰ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ, ਕਿਉਂਕਿ ਉਹ ਕੋਈ ਮੁੰਡਾ ਨਹੀਂ ਬਲਕਿ ਉਮਰਦਾਰ ਆਦਮੀ ਸੀ। ਮੇਰੀ ਉਮਰ ਬਹੁਤ ਛੋਟੀ ਸੀ, ਪਰ ਉਹ 45 ਸਾਲ ਦਾ ਮਰਦ ਲੱਗ ਰਿਹਾ ਸੀ। ਪਰ ਮੈਂ ਕੀ ਕਰ ਸਕਦੀ ਸੀ? ਮਜਬੂਰੀ 'ਚ ਆ ਕੇ ਮੈਂ ਉਸ ਆਦਮੀ ਨਾਲ ਵਿਆਹ ਕਰਵਾ ਲਿਆ। ਆਂਟੀ ਚੁੱਪਚਾਪ ਉੱਥੋਂ ਚਲੀ ਗਈ।
ਉਹ 45 ਸਾਲ ਦਾ ਮਰਦ ਮੇਰਾ ਪਤੀ ਬਣ ਚੁੱਕਿਆ ਸੀ, ਕਿਉਂਕਿ ਆਂਟੀ ਨੇ ਉਸ ਨਾਲ ਮੇਰੀ ਕੋਰਟ ਮੈਰਿਜ ਕਰਵਾ ਦਿੱਤੀ ਸੀ। ਜਿਸ ਇਨਸਾਨ ਨਾਲ ਮੈਂ ਆਪਣੇ ਵਿਆਹ ਦੇ ਸੁਪਨੇ ਸਜਾਏ ਸੀ, ਮੈਂ ਨਹੀਂ ਜਾਣਦੀ ਸੀ ਕਿ ਮੇਰਾ ਵਿਆਹ ਉਸ ਨਾਲ ਨਹੀਂ ਬਲਕਿ ਕਿਸੇ ਅਜਿਹੇ ਇਨਸਾਨ ਨਾਲ ਹੋ ਜਾਵੇਗਾ ਜਿਸ ਬਾਰੇ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ। ਮੈਨੂੰ ਆਪਣੀ ਜ਼ਿੰਦਗੀ ਬੁਰੀ ਲੱਗ ਰਹੀ ਸੀ। ਮੈਂ ਮੈਰਿਜ ਹਾਲ ਵਿੱਚ ਚਲੀ ਗਈ ਜਿੱਥੇ ਮੇਰਾ ਵਿਆਹ ਹੋਣ ਵਾਲਾ ਸੀ। ਮੈਂ ਆਪਣੇ ਮੰਮੀ ਪਾਪਾ ਨੂੰ ਦੱਸਣਾ ਚਾਹੁੰਦੀ ਸੀ ਕਿ ਮੇਰਾ ਵਿਆਹ ਹੋ ਗਿਆ, ਪਰ ਉੱਥੇ ਤਾਂ ਇੱਕ ਨਵਾਂ ਹੀ ਹੰਗਾਮਾ ਤਿਆਰ ਸੀ। ਜਦੋਂ ਮੈਂ ਹਾਲ ਦੇ ਦਰਵਾਜ਼ੇ 'ਤੇ ਗਈ ਤਾਂ ਜੀਤ ਭੱਜ ਕੇ ਮੇਰੇ ਕੋਲ ਆਇਆ। ਕਹਿਣ ਲੱਗਿਆ, ਤੂੰ ਪਾਰਲਰ ਵਿੱਚੋਂ ਕਿੱਥੋਂ ਚਲੀ ਗਈ ਸੀ? ਮੈਂ ਤੈਨੂੰ ਲੱਭ ਲੱਭ ਕੇ ਪਾਗਲ ਹੋ ਗਿਆ। ਜਲਦੀ ਨਾਲ ਮੇਰੇ ਨਾਲ ਚੱਲ, ਵਿਆਹ ਦਾ ਮਹੂਰਤ ਨਿਕਲਿਆ ਜਾ ਰਿਹਾ। ਜੀਤ ਮੈਨੂੰ ਹੱਥ ਫੜ ਕੇ ਮੰਡਪ 'ਤੇ ਲੈ ਗਿਆ। ਮੈਂ ਜੀਤ ਨਾਲ ਮੰਡਪ 'ਤੇ ਬੈਠੀ ਸੀ। ਸਾਰੇ ਮੈਨੂੰ ਬਹੁਤ ਗੌਰ ਨਾਲ ਦੇਖ ਰਹੇ ਸੀ। ਸਭ ਦੀਆਂ ਨਜ਼ਰਾਂ 'ਚ ਇਹੀ ਸਵਾਲ ਸੀ ਕਿ ਮੈਂ ਪਾਰਲਰ ਵਿੱਚੋਂ ਕਿੱਥੇ ਚਲੀ ਗਈ ਸੀ, ਕਿਉਂਕਿ ਜੀਤ ਮੈਨੂੰ ਪਾਰਲਰ ਵਿੱਚ ਲੱਭਣ ਤੋਂ ਬਾਅਦ ਹਾਲ ਵਿੱਚ ਲੱਭਣ ਦੇ ਲਈ ਆਇਆ। ਉਹ ਮੇਰੇ ਲਈ ਬਹੁਤ ਪਰੇਸ਼ਾਨ ਹੋ ਰਿਹਾ ਸੀ। ਫਿਰ ਮੈਂ ਮੈਰਿਜ ਹਾਲ ਵਿੱਚ ਆਈ ਤਾਂ ਜੀਤ ਮੈਨੂੰ ਫੜ ਕੇ ਮੰਡਪ 'ਤੇ ਲੈ ਗਿਆ। ਮੰਡਪ 'ਤੇ ਮੰਤਰ ਪੜ੍ਹਨੇ ਸ਼ੁਰੂ ਕੀਤੇ ਤਾਂ ਮੈਂ ਪੰਡਤ ਨੂੰ ਕਿਹਾ ਕਿ ਇਹ ਵਿਆਹ ਨਹੀਂ ਹੋ ਸਕਦਾ। ਜੀਤ ਹੈਰਾਨ ਹੋ ਕੇ ਮੇਰੇ ਵੱਲ ਵੇਖਣ ਲੱਗਿਆ ਤੇ ਬੋਲਿਆ, ਇਹ ਤੂੰ ਕੀ ਮਜ਼ਾਕ ਕਰ ਰਹੀ ਆ? ਸ਼ੁਭ ਸ਼ੁਭ ਬੋਲ। ਮੈਂ ਉਸ ਨੂੰ ਕਿਹਾ, ਮੈਂ ਕੋਈ ਮਜ਼ਾਕ ਨਹੀਂ ਕਰ ਰਹੀ, ਮੈਂ ਇਹ ਵਿਆਹ ਨਹੀਂ ਕਰਵਾ ਸਕਦੀ। ਜੀਤ ਨੇ ਮੇਰੇ ਵੱਲ ਗੁੱਸੇ ਨਾਲ ਦੇਖਿਆ ਤੇ ਬੋਲਿਆ, ਰਚਨਾ, ਜੇ ਤੈਨੂੰ ਮੇਰੇ ਨਾਲ ਕਿਸੇ ਗੱਲ ਦਾ ਗੁੱਸਾ ਤਾਂ ਬਾਅਦ ਵਿੱਚ ਮੇਰੇ ਨਾਲ ਜਿੰਨਾ ਮਰਜ਼ੀ ਲੜ ਲਵੀਂ, ਪਰ ਇਸ ਵਕਤ ਚੁੱਪਚਾਪ ਬੈਠ ਜਾ। ਮੈਂ ਝਟਕੇ ਨਾਲ ਖੜੀ ਹੋ ਗਈ ਤੇ ਆਪਣੀਆਂ ਬਾਹਾਂ ਵਿੱਚੋਂ ਚੂੜੀਆਂ ਉਤਾਰ ਕੇ ਸੁੱਟ ਦਿੱਤੀਆਂ। ਜੀਤ ਨੇ ਮੇਰਾ ਹੱਥ ਫੜਿਆ ਤੇ ਕਿਹਾ, ਇਹ ਸਭ ਕੀ ਕਰ ਰਹੀ ਆ? ਤੂੰ ਪਾਗਲ ਹੋ ਗਈ? ਮੈਂ ਕਿਹਾ, ਹਾਂ, ਮੈਂ ਪਾਗਲ ਹੋ ਗਈ ਸੀ ਜੋ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਮੈਂ ਤੈਨੂੰ ਪਿਆਰ ਨਹੀਂ ਕਰਦੀ। ਜੀਤ ਨੇ ਕਿਹਾ, ਉਹ ਸਭ ਕੀ ਸੀ ਜੋ ਤੂੰ ਪਿਆਰ ਮੁਹੱਬਤ ਦੇ ਵਾਅਦੇ ਕਰਦੀ ਸੀ? ਤੂੰ ਸਭ ਕੁਝ ਭੁੱਲ ਗਈ? ਮੈਂ ਕਿਹਾ, ਹਾਂ, ਮੈਂ ਸਭ ਕੁਝ ਭੁੱਲ ਗਈ। ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ। ਆਖਰ ਤੂੰ ਇਹੀ ਚਾਹੁੰਦਾ ਕਿ ਮੈਂ ਤੇਰੇ ਨਾਲ ਵਿਆਹ ਕਰਵਾ ਲਵਾਂ ਤੇ ਸਾਰੀ ਜ਼ਿੰਦਗੀ ਤੂੰ ਮੈਨੂੰ ਆਪਣੇ ਇਸ਼ਾਰਿਆਂ 'ਤੇ ਨਚਾਉਂਦਾ ਰਵੇਂ। ਜੀਤ ਕਹਿਣ ਲੱਗਿਆ, ਮੈਂ ਤੇਰੇ 'ਤੇ ਕਦੇ ਵੀ ਕੋਈ ਪਾਬੰਦੀ ਨਹੀਂ ਲਗਾਈ ਜੋ ਤੂੰ ਮੇਰੇ ਇਸ਼ਾਰਿਆਂ 'ਤੇ ਨੱਚਣ ਲੱਗੇ। ਜੀਤ ਨੇ ਮੇਰੇ ਅੱਗੇ ਹੱਥ ਜੋੜ ਲਏ ਤੇ ਕਹਿਣ ਲੱਗਿਆ, ਰਚਨਾ, ਮੈਂ ਤੇਰੇ ਅੱਗੇ ਹੱਥ ਜੋੜਦਾ, ਚੁੱਪਚਾਪ ਬੈਠ ਜਾ। ਮੇਰਾ ਤੇ ਮੇਰੇ ਪੇਰੈਂਟਸ ਦਾ ਤਮਾਸ਼ਾ ਨਾ ਬਣਾ। ਤੂੰ ਜਿੰਨਾ ਲੜਨਾ ਮੇਰੇ ਨਾਲ ਇਕੱਲੇ 'ਚ ਲੜ ਲਵੀਂ। ਸਾਰੇ ਮਹਿਮਾਨ ਆਪਣੇ ਵੱਲ ਦੇਖ ਰਹੇ ਆ। ਪਿੱਛੋਂ ਮੇਰੀ ਮੰਮੀ ਆ ਕੇ ਵੀ ਮੈਨੂੰ ਕਹਿਣ ਲੱਗੀ, ਰਚਨਾ, ਤੈਨੂੰ ਕੀ ਹੋ ਗਿਆ? ਇਹ ਸਭ ਕੀ ਬੋਲ ਰਹੀ ਆ? ਮੈਂ ਆਪਣੀ ਮੰਮੀ ਨੂੰ ਵੀ ਪਿੱਛੇ ਧੱਕਾ ਦੇ ਦਿੱਤਾ। ਮੈਂ ਕਿਹਾ, ਮੈਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ। ਮੇਰੀ ਇੱਕ ਗੱਲ ਕੰਨ ਖੋਲ੍ਹ ਕੇ ਸੁਣ ਲਓ। ਮੇਰਾ ਵਿਆਹ ਹੋ ਚੁੱਕਿਆ। ਮੈਂ ਦੂਜਾ ਵਿਆਹ ਨਹੀਂ ਕਰਵਾ ਸਕਦੀ। ਮੈਂ ਇਸ ਬਾਰੇ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ। ਜੀਤ ਨੇ ਕਿਹਾ, ਤੂੰ ਇਹ ਕੀ ਬਕਵਾਸ ਕਰ ਰਹੀ ਆ? ਮੈਨੂੰ ਪਤਾ ਤੂੰ ਇਹ ਸਭ ਕੁਝ ਮੈਨੂੰ ਤੰਗ ਕਰਨ ਦੇ ਲਈ ਕਰ ਰਹੀ ਆ। ਮੈਂ ਕਿਹਾ, ਤੂੰ ਜੋ ਸਮਝਣਾ ਸਮਝ ਲਾ। ਮੇਰਾ ਵਿਆਹ ਹੋ ਚੁੱਕਿਆ ਤੇ ਮੇਰਾ ਪਤੀ ਉਹ ਖੜਾ। ਮੈਂ ਦਰਵਾਜ਼ੇ ਵੱਲ ਇਸ਼ਾਰਾ ਕੀਤਾ। ਦਰਵਾਜ਼ੇ 'ਤੇ ਮੇਰਾ ਪਤੀ ਖੜਾ ਸੀ। ਫਿਰ ਉਹ ਆਦਮੀ ਹੌਲੀ ਹੌਲੀ ਕਦਮਾਂ ਨਾਲ ਚੱਲਦਾ ਹੋਇਆ ਮੇਰੇ ਕੋਲ ਆ ਗਿਆ। ਮੇਰੀ ਗੱਲ ਸੁਣ ਕੇ ਸਭ ਦੇ ਹੋਸ਼ ਉੱਡ ਗਏ। ਸਭ ਦੇ ਦਿਮਾਗ 'ਚ ਇੱਕ ਹੀ ਸਵਾਲ ਘੁੰਮ ਰਿਹਾ ਸੀ ਕਿ ਮੈਂ ਵਿਆਹ ਕਿਵੇਂ ਕਰਵਾ ਲਿਆ। ਫਿਰ ਜੀਤ ਦੀ ਮੰਮੀ ਮੇਰੇ ਕਦਮਾਂ 'ਚ ਡਿੱਗ ਪਈ ਤੇ ਰੋਣ ਲੱਗ ਗਈ। ਕਹਿਣ ਲੱਗੀ, ਰਚਨਾ, ਪਲੀਜ਼ ਮੇਰੇ ਬੇਟੇ ਨਾਲ ਅਜਿਹਾ ਨਾ ਕਰ। ਮੈਂ ਤੇਰੇ ਅੱਗੇ ਹੱਥ ਜੋੜਦੀ ਹਾਂ। ਫਿਰ ਜੀਤ ਨੇ ਆਪਣੀ ਮਾਂ ਨੂੰ ਸਹਾਰਾ ਦੇ ਕੇ ਚੁੱਕਿਆ ਤੇ ਕਿਹਾ, ਮੰਮੀ, ਤੁਹਾਨੂੰ ਇਸ ਕੁੜੀ ਦੇ ਅੱਗੇ ਝੁਕਣ ਦੀ ਕੋਈ ਜ਼ਰੂਰਤ ਨਹੀਂ। ਇਹ ਆਪਣੀ ਰਚਨਾ ਤਾਂ ਹੈ ਹੀ ਨਹੀਂ, ਇਹ ਤਾਂ ਕੋਈ ਹੋਰ ਕੁੜੀ ਆ। ਆਪਣੀ ਰਚਨਾ ਤਾਂ ਅਜਿਹੀ ਬਿਲਕੁਲ ਵੀ ਨਹੀਂ ਸੀ। ਇਹ ਕਹਿ ਕੇ ਜੀਤ ਆਪਣੀ ਮਾਂ ਨੂੰ ਉੱਥੋਂ ਲੈ ਕੇ ਚਲਾ ਗਿਆ ਤੇ ਮੈਨੂੰ ਇਹ ਕਹਿ ਕੇ ਗਿਆ ਕਿ ਰਚਨਾ, ਮੈਂ ਤੈਨੂੰ ਸਾਰੀ ਜ਼ਿੰਦਗੀ ਮਾਫ਼ ਨਹੀਂ ਕਰਾਂਗਾ। ਮੈਂ ਤੈਨੂੰ ਬਹੁਤ ਪਿਆਰ ਕਰਦਾ ਸੀ। ਮੈਨੂੰ ਦੁੱਖ ਦੇ ਕੇ ਤੈਨੂੰ ਕਦੇ ਵੀ ਖੁਸ਼ੀ ਨਹੀਂ ਮਿਲੇਗੀ। ਮੇਰੇ ਪਤੀ ਨੇ ਮੇਰਾ ਹੱਥ ਫੜਿਆ ਤੇ ਕਿਹਾ, ਰਚਨਾ, ਹੁਣ ਆਪਾਂ ਨੂੰ ਇੱਥੋਂ ਚੱਲਣਾ ਚਾਹੀਦਾ। ਤੇਰਾ ਇੱਥੇ ਕੋਈ ਵੀ ਨਹੀਂ। ਫਿਰ ਮੇਰੇ ਮੰਮੀ ਪਾਪਾ ਮੇਰੇ ਨਜ਼ਦੀਕ ਆਏ ਤੇ ਮੇਰੀ ਮੰਮੀ ਨੇ ਮੇਰੇ ਮੂੰਹ 'ਤੇ ਥੱਪੜ ਮਾਰਿਆ ਤੇ ਕਿਹਾ, ਬਹੁਤ ਚੰਗਾ ਕੀਤਾ। ਅੱਜ ਤੂੰ ਸਾਡੀ ਇੱਜ਼ਤ ਮਿੱਟੀ 'ਚ ਮਿਲਾ ਦਿੱਤੀ। ਅਸੀਂ ਤੈਨੂੰ ਇਹ ਸੰਸਕਾਰ ਦਿੱਤੇ ਸੀ, ਬੇਗੈਰਤ ਕੁੜਗੇ। ਅੱਜ ਤੂੰ ਇਹ ਗੱਲ ਸਾਬਤ ਕਰ ਦਿੱਤੀ ਕਿ ਕੁੜੀਆਂ ਨੂੰ ਜ਼ਿਆਦਾ ਲਾੜ ਪਿਆਰ ਦੇ ਕੇ ਵਿਗਾੜਨਾ ਨਹੀਂ ਚਾਹੀਦਾ।
ਜੇ ਤੂੰ ਇਹ ਆਦਮੀ ਨਾਲ ਵਿਆਹ ਕਰਵਾਉਣਾ ਸੀ ਤਾਂ ਪਹਿਲਾਂ ਦੱਸ ਦਿੰਦੀ। ਇੰਨਾ ਤਮਾਸ਼ਾ ਕਰਨ ਦੀ ਕੀ ਜ਼ਰੂਰਤ ਸੀ। ਫਿਰ ਮੇਰੇ ਪਤੀ ਨੇ ਮੇਰਾ ਹੱਥ ਫੜਿਆ ਤੇ ਕਹਿਣ ਲੱਗਿਆ, ਰਚਨਾ ਹੁਣ ਆਪਾਂ ਨੂੰ ਇੱਥੋਂ ਚੱਲਣਾ ਚਾਹੀਦਾ। ਮੇਰਾ ਪਤੀ ਮੈਨੂੰ ਆਪਣੇ ਨਾਲ ਲੈ ਕੇ ਚਲਾ ਗਿਆ। ਹਰ ਕਿਸੇ ਦੀ ਨਜ਼ਰ ਵਿੱਚ ਮੇਰੇ ਲਈ ਸ਼ਿਕਵਾ ਸੀ। ਜਿਸ ਦੀ ਨਜ਼ਰ ਵਿੱਚ ਸ਼ਿਕਵਾ ਨਹੀਂ ਸੀ ਉਹ ਸੀ ਮੇਰੀ ਸਹੇਲੀ ਪਿੰਕੀ, ਜੋ ਇੱਕ ਕੋਨੇ 'ਚ ਖੜੀ ਹੰਝੂ ਬਹਾ ਰਹੀ ਸੀ। ਉਸਨੇ ਮੈਨੂੰ ਕੁਝ ਵੀ ਨਹੀਂ ਕਿਹਾ। ਪਤਾ ਨਹੀਂ ਕਿਉਂ ਉਸ ਦੀਆਂ ਅੱਖਾਂ 'ਚ ਮੇਰੇ ਲਈ ਸ਼ਿਕਵਾ ਕਿਉਂ ਨਹੀਂ ਸੀ, ਇਹ ਤਾਂ ਮੈਂ ਨਹੀਂ ਜਾਣਦੀ ਸੀ। ਪਰ ਉਸ ਦਿਨ ਮੈਂ ਸਭ ਕੁਝ ਛੱਡ ਛੁਡਾ ਕੇ ਆਪਣੇ ਪਤੀ ਦੇ ਨਾਲ ਉਸ ਦੇ ਘਰ ਚਲੀ ਗਈ। ਪੂਰਾ 1 ਹਫ਼ਤਾ ਮੈਂ ਆਪਣੇ ਪਤੀ ਨਾਲ ਉਸ ਦੇ ਘਰ 'ਚ ਰਹੀ। ਫਿਰ ਉਹ ਮੈਨੂੰ ਤੇ ਆਪਣੀ ਭੈਣ ਨੂੰ ਲੈ ਕੇ ਅਮਰੀਕਾ ਸ਼ਿਫਟ ਹੋ ਗਿਆ। ਉਸ ਦੀ ਭੈਣ ਦੀ ਵੀ ਉਮਰ ਕਾਫੀ ਹੋ ਗਈ ਸੀ, ਪਰ ਅਜੇ ਤੱਕ ਉਸ ਦਾ ਵਿਆਹ ਨਹੀਂ ਹੋਇਆ ਸੀ। ਵਕਤ ਇਸੇ ਤਰ੍ਹਾਂ ਲੰਘਦਾ ਗਿਆ। ਮੈਂ ਠੀਕ ਠਾਕ ਜ਼ਿੰਦਗੀ ਗੁਜ਼ਾਰ ਰਹੀ ਸੀ। ਮੇਰਾ ਇੱਕ ਬੇਟਾ ਸੀ ਜਿਸ ਦੀ ਉਮਰ 2 ਸਾਲ ਸੀ। ਫਿਰ ਮੇਰੇ ਨਾਲ ਉੱਥੇ ਇੱਕ ਅਜਿਹਾ ਹਾਦਸਾ ਹੋਇਆ ਜਿਸ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ। ਮੇਰਾ ਪਤੀ ਆਪਣੇ ਦੋਸਤ ਨਾਲ ਪਾਰਟਨਰਸ਼ਿਪ ਬਿਜ਼ਨਸ ਕਰ ਰਿਹਾ ਸੀ। ਇੱਕ ਦਿਨ ਮੇਰੇ ਪਤੀ ਦਾ ਉਹ ਦੋਸਤ ਸਾਡੇ ਘਰ ਖਾਣੇ 'ਤੇ ਆਇਆ। ਜਦੋਂ ਉਸਨੇ ਮੈਨੂੰ ਦੇਖਿਆ ਉਸ ਦੀ ਗੰਦੀ ਨਜ਼ਰ ਮੇਰੇ 'ਤੇ ਪੈ ਗਈ। ਉਸਨੇ ਮੇਰੀ ਖੂਬਸੂਰਤੀ ਦੀ ਬਹੁਤ ਤਾਰੀਫ ਕੀਤੀ ਸੀ, ਹਾਲਾਂਕਿ ਉਸ ਦੀ ਉਮਰ ਮੇਰੇ ਪਤੀ ਦੀ ਉਮਰ ਜਿੰਨੀ ਹੀ ਸੀ। ਉਸ ਦੇ 2 ਬੱਚੇ ਸੀ। ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ। ਉਸਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਸਾਡੇ ਘਰ 'ਚ ਕੋਈ ਨਾ ਹੁੰਦਾ ਤਾਂ ਉਹ ਬਹਾਨੇ ਨਾਲ ਵਾਰ-ਵਾਰ ਸਾਡੇ ਘਰ ਆਉਂਦਾ। ਮੈਨੂੰ ਬਹੁਤ ਤੰਗ ਕਰ ਰਿਹਾ ਸੀ। ਪਤਾ ਨਹੀਂ ਉਸਨੇ ਮੇਰਾ ਨੰਬਰ ਵੀ ਕਿੱਥੋਂ ਲੈ ਲਿਆ। ਵਾਰ-ਵਾਰ ਮੈਨੂੰ ਕਾਲ ਕਰਦਾ। ਮੈਂ ਉਸਨੂੰ ਕਹਿੰਦੀ ਸੀ ਕਿ ਮੈਂ ਤੇ ਸ਼ਿਕਾਇਤ ਆਪਣੇ ਪਤੀ ਨੂੰ ਕਰ ਦੇਵਾਂਗੀ, ਪਰ ਉਹ ਮੈਨੂੰ ਹਰ ਸਮੇਂ ਡਰਾਉਂਦਾ ਧਮਕਾਉਂਦਾ ਰਹਿੰਦਾ। ਇੱਕ ਦਿਨ ਸਾਡੇ ਘਰ ਵਿੱਚ ਕੋਈ ਨਹੀਂ ਸੀ। ਉਹ ਜ਼ਬਰਦਸਤੀ ਸਾਡੇ ਘਰ ਆ ਗਿਆ ਤੇ ਮੇਰੇ ਨਾਲ ਬਦਤਮੀਜ਼ੀ ਕਰ ਰਿਹਾ ਸੀ। ਮੈਂ ਉੱਚੀ ਰੌਲਾ ਪਾ ਰਹੀ ਸੀ। ਉਹ ਮੇਰੀ ਇੱਜ਼ਤ ਖਰਾਬ ਕਰਨਾ ਚਾਹੁੰਦਾ ਸੀ। ਫਿਰ ਮੇਰਾ ਪਤੀ ਘਰ ਦੇ ਅੰਦਰ ਆ ਗਿਆ ਤਾਂ ਮੇਰੇ ਪਤੀ ਨੇ ਉਸ ਦਾ ਕਾਲਰ ਫੜ ਲਿਆ ਤਾਂ ਉਹ ਕਹਿਣ ਲੱਗਿਆ, ਯਾਰ ਤੈਨੂੰ ਤਾਂ ਪਤਾ ਹੀ ਆ, ਮੈਂ ਆਪਣੀ ਪਤਨੀ ਤੋਂ ਇਲਾਵਾ ਕਿਸੇ ਵੀ ਔਰਤ ਵੱਲ ਅੱਖ ਚੁੱਕ ਕੇ ਨਹੀਂ ਦੇਖਦਾ। ਪਰ ਜਿਸ ਦਿਨ ਦਾ ਤੇਰੀ ਪਤਨੀ ਨੇ ਮੈਨੂੰ ਦੇਖਿਆ ਉਸ ਦਿਨ ਦੀ ਮੇਰੇ ਤੋਂ ਡੋਰੇ ਪਾ ਰਹੀ ਆ। ਮੈਨੂੰ ਵਾਰ-ਵਾਰ ਕਾਲ ਕਰਕੇ ਆਪਣੇ ਘਰ ਬੁਲਾਉਂਦੀ ਆ ਤੇ ਕਹਿੰਦੀ ਆ ਕਿ ਮੈਨੂੰ ਆਪਣਾ ਪਤੀ ਬਿਲਕੁਲ ਪਸੰਦ ਨਹੀਂ। ਅੱਜ ਮੈਨੂੰ ਇਹਨੇ ਕਾਲ ਕਰਕੇ ਘਰ ਬੁਲਾਇਆ। ਮੇਰੇ ਪਤੀ ਨੇ ਉਸ ਨੂੰ ਛੱਡਿਆ ਤੇ ਮੇਰੇ ਕੋਲ ਆ ਗਿਆ ਤੇ ਕਹਿਣ ਲੱਗਿਆ, ਇਹ ਸਭ ਕੁਝ ਸੱਚ ਆ? ਮੈਂ ਕਿਹਾ ਨਹੀਂ, ਇਹ ਸਭ ਕੁਝ ਝੂਠ ਆ, ਤੁਹਾਡਾ ਦੋਸਤ ਝੂਠ ਬੋਲ ਰਿਹਾ। ਮੇਰਾ ਪਤੀ ਕਹਿਣ ਲੱਗਿਆ, ਮੈਂ ਜਾਣਦਾ ਹਾਂ ਕਿ ਇਹ ਸਭ ਕੁਝ ਸੱਚ ਆ, ਕਿਉਂਕਿ ਵਿਆਹ ਤੋਂ ਪਹਿਲਾਂ ਵੀ ਤੂੰ ਕਿਸੇ ਨੂੰ ਪਿਆਰ ਕਰਦੀ ਸੀ। ਤੂੰ ਉਸ ਨੂੰ ਵੀ ਧੋਖਾ ਦਿੱਤਾ ਤੇ ਹੁਣ ਇੰਨੇ ਟਾਈਮ ਬਾਅਦ ਮੈਨੂੰ ਵੀ ਧੋਖਾ ਦੇ ਰਹੀ ਆ। ਤੂੰ ਹੈ ਹੀ ਧੋਖੇਬਾਜ਼ ਔਰਤ। ਇਹ ਕਹਿ ਕੇ ਮੇਰਾ ਪਤੀ ਮੈਨੂੰ ਥੱਪੜ ਮਾਰਨ ਲੱਗਿਆ, ਪਰ ਉਸਨੇ ਆਪਣਾ ਹੱਥ ਰੋਕ ਲਿਆ ਤੇ ਕਹਿਣ ਲੱਗਿਆ ਕਿ ਤੇਰੇ ਨਾਲ ਤਾਂ ਬਾਅਦ 'ਚ ਨਿਬੜਾਂਗਾ, ਪਹਿਲਾਂ ਇਸ ਨੂੰ ਦੇਖ ਲਵਾਂ। ਇਹ ਕਹਿ ਕੇ ਉਹ ਆਪਣੇ ਦੋਸਤ ਨਾਲ ਲੜਨ ਲੱਗ ਗਿਆ। ਇਸ ਤਰ੍ਹਾਂ ਦੋਨਾਂ ਦੋਸਤਾਂ 'ਚ ਲੜਾਈ ਹੋਣ ਲੱਗੀ। ਉਹਨਾਂ 'ਚ ਜ਼ਬਰਦਸਤੀ ਹੱਥੋਂ ਪਾਈ ਹੋ ਰਹੀ ਸੀ। ਮੈਂ ਆਪਣੇ ਪਤੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਉਹਨਾਂ ਨੇ ਮੈਨੂੰ ਧੱਕਾ ਦੇ ਦਿੱਤਾ। ਮੇਰੇ ਪਤੀ ਨੂੰ ਉਸ ਆਦਮੀ 'ਤੇ ਬਹੁਤ ਗੁੱਸਾ ਆ ਰਿਹਾ ਸੀ। ਮੇਰਾ ਪਤੀ ਚਾਹੁੰਦਾ ਸੀ ਕਿ ਮੈਂ ਉਸ ਨੂੰ ਜਾਣ ਤੋਂ ਮਾਰ ਦੇਵਾਂ। ਫਿਰ ਉਹ ਮੇਰੇ ਪਤੀ ਤੋਂ ਬਚਣ ਦੇ ਲਈ ਟੇਬਲ ਉੱਤੇ ਫਰੂਟਸ ਪਏ ਸੀ, ਉਹਨਾਂ ਵਿੱਚੋਂ ਚਾਕੂ ਚੁੱਕ ਲੈਂਦਾ ਤੇ ਉਹ ਚਾਕੂ ਮੇਰੇ ਪਤੀ ਦੇ ਪੇਟ 'ਚ ਮਾਰ ਦਿੰਦਾ। ਮੇਰਾ ਪਤੀ ਦਰਦ ਨਾਲ ਤੜਫ ਰਿਹਾ ਸੀ। ਮੌਕਾ ਦੇਖਦੇ ਹੀ ਮੇਰੇ ਪਤੀ ਦਾ ਦੋਸਤ ਉੱਥੋਂ ਭੱਜ ਗਿਆ। ਮੈਂ ਆਪਣੇ ਪਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਮੈਂ ਉਸ ਦੇ ਪੇਟ ਵਿੱਚੋਂ ਚਾਕੂ ਕੱਢ ਰਹੀ ਸੀ ਤਾਂ ਮੇਰੇ ਫਿੰਗਰਪ੍ਰਿੰਟ ਚਾਕੂ ਉੱਪਰ ਲੱਗ ਗਏ। ਮੈਂ ਉਹਨਾਂ ਦੇ ਪੇਟ ਵਿੱਚੋਂ ਚਾਕੂ ਤਾਂ ਕੱਢ ਦਿੱਤਾ, ਫਿਰ ਹਸਪੀਟਲ ਲਿਜਾਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਮੇਰੇ ਪਤੀ ਨੇ ਰਾਸਤੇ 'ਚ ਹੀ ਦਮ ਤੋੜ ਦਿੱਤਾ। ਮੈਂ ਉੱਚੀ ਰੋ ਰਹੀ ਸੀ। ਆਸ-ਪਾਸ ਦੇ ਲੋਕਾਂ ਨੂੰ ਜਦੋਂ ਪਤਾ ਲੱਗਿਆ ਤਾਂ ਉਹ ਸਾਡੇ ਘਰ ਇਕੱਠੇ ਹੋ ਗਏ ਤੇ ਪੁਲਿਸ ਨੂੰ ਫੋਨ ਕਰ ਦਿੱਤਾ। ਪੁਲਿਸ ਨੇ ਮੈਨੂੰ ਅਰੈਸਟ ਕਰ ਲਿਆ ਕਿਉਂਕਿ ਚਾਕੂ ਉੱਪਰ ਮੇਰੇ ਫਿੰਗਰਪ੍ਰਿੰਟਸ ਆ ਚੁੱਕੇ ਸੀ। 2 ਦਿਨ ਤੱਕ ਮੈਂ ਜੇਲ੍ਹ 'ਚ ਰਹੀ। ਫਿਰ ਮੇਰੀ ਨਨਾਣ ਨੇ ਮੈਨੂੰ ਜੇਲ੍ਹ 'ਚੋਂ ਰਿਹਾ ਕਰਵਾ ਲਿਆ ਕਿਉਂਕਿ ਮੇਰੀ ਨਨਾਣ ਜਾਣਦੀ ਸੀ ਕਿ ਇਸ ਵਿੱਚ ਮੇਰੀ ਕੋਈ ਗਲਤੀ ਨਹੀਂ। ਮੈਂ ਉਸ ਦੇ ਘਰ ਬੈਠੀ ਸੋਚ ਰਹੀ ਸੀ। ਮੇਰੇ ਕੋਲ ਮੋਬਾਈਲ ਸੀ ਕਿ ਮੈਂ ਕਿਸ ਨੂੰ ਕਾਲ ਕਰਾਂ।
ਮੇਰੇ ਪੇਰੈਂਟਸ ਮੇਰੇ ਨਾਲ ਬਹੁਤ ਨਾਰਾਜ਼ ਸੀ, ਇਸ ਲਈ ਮੈਂ ਜਾਣਦੀ ਸੀ ਕਿ ਉਹ ਮੇਰੇ ਨਾਲ ਕਦੇ ਗੱਲ ਨਹੀਂ ਕਰਨਗੇ ਤੇ ਨਾ ਹੀ ਜੀਤ ਮੇਰੇ ਨਾਲ ਗੱਲ ਕਰੇਗਾ। ਪਰ ਇੱਕ ਇਨਸਾਨ ਸੀ ਜੋ ਮੇਰੇ ਨਾਲ ਗੱਲ ਕਰ ਸਕਦਾ ਸੀ, ਉਹ ਸੀ ਮੇਰੀ ਸਹੇਲੀ ਪਿੰਕੀ। ਮੈਂ ਉਸ ਦਾ ਨੰਬਰ ਡਾਇਲ ਕੀਤਾ ਤਾਂ ਕਿਸੇ ਨੇ ਫ਼ੋਨ ਨਹੀਂ ਚੁੱਕਿਆ। ਮੈਂ ਜਦੋਂ 2-3 ਵਾਰ ਕਾਲ ਕੀਤੀ ਤਾਂ ਕਾਲ ਰਿਸੀਵ ਹੋ ਗਈ। ਮੈਂ ਜਲਦੀ ਨਾਲ ਬੋਲੀ, ਪਿੰਕੀ ਕਿਵੇਂ ਆ, ਤੈਨੂੰ ਮੇਰੀ ਯਾਦ ਨਹੀਂ ਆਈ? ਮੇਰੀ ਆਵਾਜ਼ ਸੁਣ ਕੇ ਪਿੰਕੀ ਰੋਣ ਲੱਗ ਗਈ ਤੇ ਕਹਿਣ ਲੱਗੀ, ਰਚਨਾ ਤੈਨੂੰ ਵੀ ਮੇਰੀ ਯਾਦ ਨਹੀਂ ਆਈ? ਤੂੰ ਕਿੱਥੇ ਚਲੀ ਗਈ ਸੀ? ਮੈਂ ਤੈਨੂੰ ਬਹੁਤ ਯਾਦ ਕਰਦੀ ਸੀ। ਹੁਣ ਤੂੰ ਕਿੱਥੇ ਆ? ਮੈਂ ਤੈਨੂੰ ਮਿਲਣਾ ਚਾਹੁੰਦੀ ਆ। ਮੈਂ ਕਿਹਾ, ਮੈਂ ਵੀ ਤੈਨੂੰ ਮਿਲਣ ਦੇ ਲਈ ਬੇਚੈਨ ਹੋ ਰਹੀ ਹਾਂ। ਉਸਨੇ ਕਿਹਾ, ਰਚਨਾ ਤੂੰ ਮੈਨੂੰ ਐਡਰੈਸ ਦੱਸ, ਮੈਂ ਤੈਨੂੰ ਹੁਣੇ ਮਿਲਣ ਆਉਣੀ ਆ। ਫਿਰ ਪਿੰਕੀ ਮੈਨੂੰ ਮਿਲਣ ਦੇ ਲਈ ਆ ਗਈ। 5 ਸਾਲ ਬਾਅਦ ਅਸੀਂ ਇੱਕ ਦੂਜੇ ਨੂੰ ਦੇਖ ਕੇ ਭਾਵੁਕ ਹੋ ਗਈਆਂ ਤੇ ਇੱਕ ਦੂਜੇ ਦੇ ਗਲ ਲੱਗ ਕੇ ਰੋਣ ਲੱਗ ਗਈਆਂ। ਪਿੰਕੀ ਨੇ ਕਿਹਾ, ਰਚਨਾ ਤੂੰ ਕਿੱਥੇ ਗਾਇਬ ਹੋ ਗਈ ਸੀ? ਫਿਰ ਮੈਂ ਪਿੰਕੀ ਨੂੰ ਸਭ ਕੁਝ ਦੱਸਿਆ ਤਾਂ ਉਹ ਕਹਿਣ ਲੱਗੀ, ਤੇਰੇ ਨਾਲ ਇੰਨਾ ਸਭ ਕੁਝ ਹੋ ਗਿਆ, ਤੂੰ ਮੈਨੂੰ ਦੱਸਿਆ ਕਿਉਂ ਨਹੀਂ? ਮੈਂ ਕਿਹਾ, ਮੈਂ ਤੈਨੂੰ ਇਸ ਲਈ ਕੁਝ ਨਹੀਂ ਦੱਸਿਆ, ਮੈਨੂੰ ਲੱਗਿਆ ਸ਼ਾਇਦ ਤੂੰ ਵੀ ਮੈਨੂੰ ਗਲਤ ਸਮਝੇਂਗੀ। ਉਸਨੇ ਕਿਹਾ, ਗਲਤ ਤਾਂ ਮੈਂ ਤੈਨੂੰ ਉਸ ਦਿਨ ਨਹੀਂ ਸਮਝਿਆ ਜਿਸ ਦਿਨ ਤੂੰ ਉੱਥੋਂ ਸਭ ਕੁਝ ਛੱਡ ਕੇ ਜਾ ਰਹੀ ਸੀ। ਮੈਂ ਪਿੰਕੀ ਵੱਲ ਅਜੀਬ ਨਜ਼ਰਾਂ ਨਾਲ ਦੇਖ ਰਹੀ ਸੀ। ਉਹ ਮੇਰੀ ਨਜ਼ਰ ਸਮਝ ਗਈ ਕਿ ਮੈਂ ਉਸ ਨੂੰ ਸਵਾਲ ਕਰ ਰਹੀ ਹਾਂ। ਪਿੰਕੀ ਨੇ ਦੱਸਿਆ ਕਿ ਮੈਂ ਸਭ ਕੁਝ ਜਾਣਦੀ ਹਾਂ, ਤੇਰੇ ਨਾਲ ਸਭ ਕੁਝ ਕਿਸ ਨੇ ਕੀਤਾ। ਦਰਅਸਲ ਵਿਆਹ ਤੋਂ 2 ਦਿਨ ਪਹਿਲਾਂ ਮੈਂ ਮੰਮੀ ਨੂੰ ਕਿਸੇ ਨਾਲ ਫ਼ੋਨ 'ਤੇ ਗੱਲ ਕਰਦੇ ਹੋਏ ਸੁਣ ਲਿਆ ਸੀ। ਮੰਮੀ ਤੇਰੇ ਪਤੀ ਨਾਲ ਗੱਲ ਕਰ ਰਹੀ ਸੀ। ਮੰਮੀ ਕਹਿ ਰਹੀ ਸੀ ਕਿ ਮੈਂ ਰਚਨਾ ਨੂੰ ਵਿਆਹ ਲਈ ਤਿਆਰ ਕਰ ਲਵਾਂਗੀ। ਇਸ ਤਰ੍ਹਾਂ ਤੈਨੂੰ ਵੀ ਛੋਟੀ ਉਮਰ ਦੀ ਤੇ ਕੁਆਰੀ ਕੁੜੀ ਮਿਲ ਜਾਵੇਗੀ ਤੇ ਮੈਨੂੰ ਵੀ ਉਸ ਰਚਨਾ ਤੋਂ ਛੁਟਕਾਰਾ ਮਿਲ ਜਾਵੇਗਾ। ਮੈਂ ਮੰਮੀ ਨੂੰ ਮੌਕੇ 'ਤੇ ਫੜ ਲਿਆ। ਮੈਂ ਕਿਹਾ, ਮੰਮੀ ਤੁਸੀਂ ਇਹ ਸਭ ਕੁਝ ਕੀ ਕਰ ਰਹੇ ਹੋ? ਤੁਸੀਂ ਰਚਨਾ ਤੇ ਜੀਤ ਨੂੰ ਅਲੱਗ ਕਰਨਾ ਚਾਹੁੰਦੇ ਹੋ? ਮੰਮੀ ਨੇ ਮੇਰਾ ਹੱਥ ਫੜ ਲਿਆ ਤੇ ਕਹਿਣ ਲੱਗੀ, ਜੇ ਤੂੰ ਸਭ ਕੁਝ ਸੁਣ ਹੀ ਲਿਆ ਤਾਂ ਇਸ ਬਾਰੇ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ। ਮੈਂ ਕਿਹਾ, ਨਹੀਂ, ਮੈਂ ਪਾਪਾ ਤੇ ਜੀਤ ਨੂੰ ਦੱਸ ਕੇ ਰਵਾਂਗੀ, ਤੁਸੀਂ ਇਹ ਸਭ ਕੁਝ ਗਲਤ ਕਰ ਰਹੇ ਹੋ। ਮੰਮੀ ਨੇ ਕਿਹਾ, ਜੇ ਤੂੰ ਆਪਣੀ ਪਸੰਦ ਦੇ ਮੁੰਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਆ ਤਾਂ ਚੁੱਪ ਰਹੇਂਗੀ, ਨਹੀਂ ਤਾਂ ਮੈਂ ਤੈਨੂੰ ਤੇ ਤੇਰੀ ਪਸੰਦ ਦੇ ਮੁੰਡੇ ਨੂੰ ਅਲੱਗ ਕਰ ਦੇਵਾਂਗੀ। ਮੈਂ ਮੰਮੀ ਨੂੰ ਕਿਹਾ ਕਿ ਮੰਮੀ ਜਦੋਂ ਤੁਸੀਂ ਜੀਤ ਅਤੇ ਰਚਨਾ ਦੇ ਵਿਆਹ ਲਈ ਤਿਆਰ ਹੋ ਗਏ ਸੀ ਤਾਂ ਹੁਣ ਫਿਰ ਉਹਨਾਂ ਨੂੰ ਅਲੱਗ ਕਿਉਂ ਕਰਨਾ ਚਾਹੁੰਦੇ ਹੋ? ਮੰਮੀ ਨੇ ਕਿਹਾ ਕਿ ਜਿਵੇਂ ਤੂੰ ਮੁੰਡਾ ਪਸੰਦ ਕੀਤਾ ਉਹ ਮੁੰਡਾ ਆਪਣੇ ਸਟੈਂਡਰਡ ਦਾ, ਇਸ ਵਿੱਚ ਮੈਨੂੰ ਕੋਈ ਹਰਜ ਨਹੀਂ, ਪਰ ਰਚਨਾ ਤਾਂ ਆਪਣੇ ਮੁਕਾਬਲੇ ਕੁਝ ਵੀ ਨਹੀਂ, ਉਹ ਆਪਣੇ ਘਰ ਦੀ ਨੂੰਹ ਨਹੀਂ ਬਣ ਸਕਦੀ। ਮੰਮੀ ਨੇ ਮੈਨੂੰ ਬਹੁਤ ਡਰਾਇਆ ਧਮਕਾਇਆ ਸੀ। ਮੰਮੀ ਨੇ ਕਿਹਾ, ਤੂੰ ਮੇਰੇ ਕੰਮ ਵਿੱਚ ਦਖਲ ਅੰਦਾਜ਼ੀ ਨਹੀਂ ਕਰੇਂਗੀ, ਜੋ ਹੋ ਰਿਹਾ ਚੁੱਪਚਾਪ ਹੋ ਲੈਣ ਦੇ, ਨਹੀਂ ਤਾਂ ਮੈਂ ਤੇਰਾ ਰਿਸ਼ਤਾ ਵੀ ਖਤਮ ਕਰ ਦੇਵਾਂਗੀ। ਮੈਂ ਆਪਣੇ ਪਿਆਰ ਲਈ ਮਤਲਬੀ ਹੋ ਗਈ ਤੇ ਮੈਂ ਤੇਰੇ ਪਿਆਰ ਬਾਰੇ ਕਿਸੇ ਨੂੰ ਕੁਝ ਨਹੀਂ ਦੱਸਿਆ ਕਿਉਂਕਿ ਮੈਂ ਰਾਹੁਲ ਨੂੰ ਬਹੁਤ ਪਿਆਰ ਕਰਦੀ ਸੀ। ਮੈਂ ਉਸ ਤੋਂ ਦੂਰ ਨਹੀਂ ਹੋਣਾ ਚਾਹੁੰਦੀ ਸੀ, ਪਰ ਮੈਨੂੰ ਬਹੁਤ ਅਫਸੋਸ ਹੋਇਆ। ਮੈਨੂੰ ਪਾਪਾ ਤੇ ਜੀਤ ਨੂੰ ਸਭ ਕੁਝ ਦੱਸ ਦੇਣਾ ਚਾਹੀਦਾ ਸੀ। 2 ਮਹੀਨਿਆਂ ਬਾਅਦ ਮੇਰਾ ਵਿਆਹ ਹੋ ਗਿਆ, ਪਰ ਜੀਤ ਨੇ ਅਜੇ ਤੱਕ ਵਿਆਹ ਨਹੀਂ ਕਰਵਾਇਆ। ਜੀਤ ਦਾ ਕਹਿਣਾ ਕਿ ਮੈਂ ਕਿਸੇ ਕੁੜੀ 'ਤੇ ਭਰੋਸਾ ਨਹੀਂ ਕਰ ਸਕਦਾ ਤੇ ਨਾ ਹੀ ਮੈਂ ਕਿਸੇ ਕੁੜੀ ਨਾਲ ਵਿਆਹ ਕਰਵਾਵਾਂਗਾ। ਜੀਤ ਬਹੁਤ ਬਦਲ ਗਿਆ, ਉਹ ਹੱਸਣਾ ਬੋਲਣਾ ਹੀ ਭੁੱਲ ਗਿਆ। ਸਿਰਫ ਮੈਂ ਹੀ ਜਾਣਦੀ ਹਾਂ ਕਿ ਇਸ ਵਿੱਚ ਤੇਰੀ ਕੋਈ ਗਲਤੀ ਨਹੀਂ, ਤੂੰ ਇਹ ਕਦਮ ਮਜਬੂਰੀ ਵਿੱਚ ਆ ਕੇ ਚੁੱਕਿਆ ਸੀ ਕਿਉਂਕਿ ਮੰਮੀ ਨੇ ਤੈਨੂੰ ਬਲੈਕਮੇਲ ਕੀਤਾ, ਪਰ ਮੰਮੀ ਆਪਣੇ ਕੀਤੇ ਦੀ ਸਜ਼ਾ ਭੁਗਤ ਰਹੀ ਆ। ਮੈਂ ਹੈਰਾਨ ਹੋ ਕੇ ਪਿੰਕੀ ਵੱਲ ਦੇਖਿਆ ਤੇ ਕਿਹਾ, ਤੂੰ ਸੱਚ ਕਹਿ ਰਹੀ ਆ? ਪਿੰਕੀ ਨੇ ਕਿਹਾ, ਹਾਂ, ਮੰਮੀ ਬਹੁਤ ਵੱਡੀ ਬਿਮਾਰੀ ਦਾ ਸ਼ਿਕਾਰ ਹੋ ਗਈ। ਮੰਮੀ ਬਿਲਕੁਲ ਲਾਚਾਰ ਹੋ ਗਈ, ਬਸ ਬਿਸਤਰੇ 'ਤੇ ਪਈ ਰਹਿੰਦੀ ਆ। ਉਹ ਤੇਰੇ ਤੋਂ ਮਾफ़ੀ ਤਾਂ ਨਹੀਂ ਮੰਗ ਸਕਦੀ, ਪਰ ਮੈਨੂੰ ਵਾਰ-ਵਾਰ ਕਹਿੰਦੀ ਆ ਕਿ ਰਚਨਾ ਨੂੰ ਲੱਭ ਲਾ, ਮੈਂ ਉਸ ਤੋਂ ਆਪਣੇ ਕੀਤੇ ਦੀ ਮਾफ़ੀ ਮੰਗਣੀ ਆ। ਮੈਂ ਰਚਨਾ ਤੇ ਆਪਣੇ ਬੇਟੇ ਨਾਲ ਬਹੁਤ ਗਲਤ ਕੀਤਾ, ਜਿਸ ਦੀ ਸਜ਼ਾ ਮੈਨੂੰ ਮਿਲ ਗਈ। ਤੂੰ ਮੇਰੇ ਨਾਲ ਚੱਲ, ਮੰਮੀ ਤੇਰੇ ਤੋਂ ਮਾफ़ੀ ਮੰਗਣਾ ਚਾਹੁੰਦੀ ਆ। ਮੈਂ ਪਿੰਕੀ ਨੂੰ ਕਿਹਾ, ਮੈਂ ਤੇਰੇ ਨਾਲ ਨਹੀਂ ਜਾ ਸਕਦੀ। ਜੇ ਮੈਂ ਤੇਰੇ ਨਾਲ ਗਈ ਤਾਂ ਮੇਰਾ ਸਾਹਮਣਾ ਜੀਤ ਨਾ ਹੋਵੇਗਾ, ਮੈਂ ਉਸ ਨਾਲ ਨਜ਼ਰ ਨਹੀਂ ਮਿਲਾ ਸਕਦੀ। ਪਿੰਕੀ ਨੇ ਕਿਹਾ, ਤੂੰ ਫਿਕਰ ਨਾ ਕਰ, ਸਭ ਕੁਝ ਠੀਕ ਹੋ ਜਾਵੇਗਾ। ਪਿੰਕੀ ਮੈਨੂੰ ਤੇ ਮੇਰੇ ਬੇਟੇ ਨੂੰ ਜ਼ਬਰਦਸਤੀ ਆਪਣੇ ਨਾਲ ਆਪਣੇ ਘਰ ਲੈ ਗਈ। ਜਦੋਂ ਮੈਂ ਉਹਨਾਂ ਦੇ ਘਰ ਗਈ ਤਾਂ ਆਂਟੀ ਦੇ ਹੁੰਗਣ ਦੀ ਆਵਾਜ਼ ਆ ਰਹੀ ਸੀ। ਉਹ ਦਰਦ ਨਾਲ ਤੜਫ ਰਹੀ ਸੀ। ਜਿਵੇਂ ਹੀ ਮੈਂ ਆਂਟੀ ਦੇ ਕਮਰੇ 'ਚ ਗਈ, ਉਹ ਉੱਠ ਤਾਂ ਨਹੀਂ ਸਕਦੀ ਸੀ, ਪਰ ਪਈ ਹੰਝੂ ਵਹਾਉਣ ਲੱਗ ਗਈ। ਉਹ ਮੇਰੇ 'ਤੇ ਹੱਥ ਜੋੜ ਕੇ ਮਾफ़ੀ ਮੰਗ ਰਹੀ ਸੀ, ਪਰ ਹੁਣ ਮਾफ़ੀ ਮੰਗਣ ਦਾ ਕੋਈ ਫਾਇਦਾ ਨਹੀਂ। ਹੁਣ ਵਕਤ ਲੰਘ ਚੁੱਕਿਆ ਸੀ, ਮੇਰੀ ਜ਼ਿੰਦਗੀ ਤਾਂ ਬਰਬਾਦ ਹੋ ਚੁੱਕੀ ਸੀ,
ਪਰ ਮੈਂ ਆਂਟੀ ਨੂੰ ਮਾफ़ ਕਰ ਦਿੱਤਾ। ਮੈਂ ਉਹਨਾਂ ਦੇ ਕਮਰੇ 'ਚੋਂ ਨਿਕਲ ਹੀ ਰਹੀ ਸੀ ਤਾਂ ਦਰਵਾਜ਼ੇ 'ਤੇ ਮੇਰੀ ਟੱਕਰ ਜੀਤ ਨਾਲ ਹੋ ਗਈ। ਜੀਤ ਮੈਨੂੰ ਗੁੱਸੇ ਵਾਲੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ। ਉਸ ਦੀਆਂ ਅੱਖਾਂ 'ਚ ਖੂਨ ਖੌਲ ਉੱਠਿਆ। ਉਸਨੇ ਮੇਰੀ ਬਾਂਹ ਫੜ ਕੇ ਮਰੋੜ ਕੇ ਪਿੱਛੇ ਕਮਰ ਨਾਲ ਲਾ ਲਈ ਤੇ ਕਹਿਣ ਲੱਗਿਆ, ਹੁਣ ਕੀ ਲੈਣ ਆਈ ਆਂ? ਸਭ ਕੁਝ ਤਾਂ ਬਰਬਾਦ ਕਰ ਦਿੱਤਾ। ਹੁਣ ਮੇਰੇ ਜ਼ਖਮਾਂ 'ਤੇ ਲੂਣ ਛਿੜਕਣ ਦੇ ਲਈ ਆਈ ਆਂ ਜਾਂ ਫਿਰ ਮੇਰੀ ਹਾਲਾਤ 'ਤੇ ਹੱਸਣ ਆਈ ਆਂ? ਮੈਂ ਕਿਹਾ, ਜੀਤ ਪਲੀਜ਼ ਮੈਨੂੰ ਛੱਡ ਦੇ, ਮੈਨੂੰ ਮਾफ़ ਕਰ ਦੇ। ਪਰ ਜੀਤ ਨੂੰ ਮੇਰੇ 'ਤੇ ਬਹੁਤ ਗੁੱਸਾ ਆ ਰਿਹਾ ਸੀ। ਫਿਰ ਪਿੰਕੀ ਭੱਜ ਕੇ ਮੇਰੇ ਕੋਲ ਆਈ ਤੇ ਉਸਨੇ ਜੀਤ ਨੂੰ ਧੱਕਾ ਮਾਰਿਆ ਤੇ ਕਿਹਾ, ਵੀਰੇ ਤੂੰ ਰਚਨਾ ਨਾਲ ਇਹ ਸਭ ਕੀ ਕਰ ਰਿਹਾ? ਅੱਜ ਮੈਂ ਚੁੱਪ ਨਹੀਂ ਰਹਾਂਗੀ। ਮੈਂ ਤੁਹਾਨੂੰ ਰਚਨਾ ਦੀ ਸੱਚਾਈ ਦੱਸ ਕੇ ਰਵਾਂਗੀ। ਰਚਨਾ ਦੀ ਕੋਈ ਗਲਤੀ ਨਹੀਂ। ਤੁਸੀਂ ਜਾਣਨਾ ਚਾਹੁੰਦੇ ਹੋ ਰਚਨਾ ਉਸ ਆਦਮੀ ਨਾਲ ਵਿਆਹ ਕਿਸ ਦੇ ਮਜਬੂਰ ਕਰਨ 'ਤੇ ਕੀਤਾ? ਜੀਤ ਨੇ ਕਿਹਾ, ਤੂੰ ਚੁੱਪ ਹੋ ਜਾ। ਤੂੰ ਹਮੇਸ਼ਾ ਆਪਣੀ ਫਰੈਂਡ ਦੀ ਸਾਈਡ ਲੈਂਦੀ ਆ। ਤੈਨੂੰ ਆਪਣੇ ਭਰਾ ਦੀ ਤਕਲੀਫ ਨਹੀਂ ਦਿਸਦੀ? ਤੈਨੂੰ ਇਹ ਨਹੀਂ ਦਿਸਦਾ ਕਿ ਮੈਂ ਕਿਵੇਂ ਤੜਫ ਰਿਹਾ? ਇਹ ਮੈਨੂੰ ਕਿਸ ਤਰ੍ਹਾਂ ਛੱਡ ਕੇ ਗਈ ਸੀ? ਪਿੰਕੀ ਨੇ ਕਿਹਾ, ਵੀਰੇ ਮੈਂ ਤੁਹਾਡੀ ਤਕਲੀਫ ਚੰਗੀ ਤਰ੍ਹਾਂ ਸਮਝਦੀ ਆ, ਪਰ ਉਹ ਇਨਸਾਨ ਤੁਹਾਡੀ ਤਕਲੀਫ ਨਹੀਂ ਸਮਝਦਾ ਜਿਸ ਦੀ ਵਜ੍ਹਾ ਕਰਕੇ ਸਭ ਕੁਝ ਹੋਇਆ। ਰਚਨਾ ਦਾ ਤੁਹਾਨੂੰ ਬਹੁਤ ਪਿਆਰ ਕਰਦੀ ਸੀ। ਜੀਤ ਨੇ ਕਿਹਾ, ਅੱਛਾ ਫਿਰ ਉਹ ਇਨਸਾਨ ਦਾ ਨਾਮ ਦੱਸ ਜਿਸ ਨੇ ਸਭ ਕੁਝ ਕੀਤਾ। ਪਿੰਕੀ ਨੇ ਮੇਰੇ ਸਾਹਮਣੇ ਜੀਤ ਨੂੰ ਸਭ ਕੁਝ ਦੱਸ ਦਿੱਤਾ। ਮੈਂ ਨਜ਼ਰ ਝੁਕਾ ਕੇ ਹੰਝੂ ਬਹਾ ਰਹੀ ਸੀ। ਜੀਤ ਨੇ ਜਦੋਂ ਸੁਣਿਆ ਕਿ ਮੇਰੀ ਮਾਂ ਨੇ ਇਹ ਸਭ ਕੁਝ ਕੀਤਾ ਤਾਂ ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ। ਜੀਤ ਨੇ ਕਿਹਾ, ਤੂੰ ਝੂਠ ਬੋਲ ਰਹੀ ਆ, ਤੈਨੂੰ ਸ਼ਰਮ ਨਹੀਂ ਆਉਂਦੀ? ਮੰਮੀ ਲਈ ਇਹ ਸ਼ਬਦ ਇਸਤੇਮਾਲ ਕਰਦੇ ਹੋਏ। ਮੇਰੀ ਮੰਮੀ ਇਸ ਤਰ੍ਹਾਂ ਨਹੀਂ ਕਰ ਸਕਦੀ। ਇਹ ਕੁੜੀ ਗਲਤ ਸੀ। ਫਿਰ ਪਿੰਕੀ ਨੇ ਜੀਤ ਦਾ ਹੱਥ ਫੜਿਆ ਤੇ ਅੰਦਰ ਆਪਣੀ ਮੰਮੀ ਕੋਲ ਲੈ ਗਈ। ਉਸ ਦੀ ਮੰਮੀ ਨੇ ਜਦੋਂ ਜੀਤ ਨੂੰ ਰੋ ਰੋ ਕੇ ਸਾਰੀ ਸੱਚਾਈ ਦੱਸੀ ਤਾਂ ਜੀਤ ਆਪਣੀ ਮਾਂ ਨੂੰ ਨਫ਼ਰਤ ਭਰੀਆਂ ਨਿਗਾਹਾਂ ਨਾਲ ਦੇਖਣ ਲੱਗਿਆ। ਕੁਝ ਮਾਵਾਂ ਅਜਿਹੀਆਂ ਹੀ ਹੁੰਦੀਆਂ ਹਨ, ਆਪਣੀਆਂ ਖੁਸ਼ੀਆਂ ਦੇ ਅੱਗੇ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਬਰਬਾਦ ਕਰ ਦਿੰਦੀਆਂ। ਉਹ ਇਹ ਨਹੀਂ ਸੋਚਦੀਆਂ ਕਿ ਉਹਨਾਂ ਦੇ ਬੱਚੇ ਟੁੱਟ ਕੇ ਰਹਿ ਜਾਂਦੇ ਆ। ਮਾਂ-ਬਾਪ ਨੂੰ ਹਮੇਸ਼ਾ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਅਹਿਮ ਰੱਖਣੀਆਂ ਚਾਹੀਦੀਆਂ, ਕਿਉਂਕਿ ਜ਼ਿੰਦਗੀ 2 ਪਲ ਦੀ ਆ। ਜੇ ਇਸ ਜ਼ਿੰਦਗੀ ਦੇ 2 ਪਲ ਖੁਸ਼ੀ ਨਾਲ ਗੁਜ਼ਾਰੇ ਜਾਣ ਤਾਂ ਹੀ ਬਿਹਤਰ ਆ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਵਧੀਆ ਲੱਗੀ ਲਾਈਕ ਸ਼ੇਅਰ ਕਰਕੇ ਜ਼ਰੂਰ ਜਾਇਓ।